ਉਹ ਦੱਸ ਦਿਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਕੀ ਫਤਿਹ। ਅੱਜ ਆਪਾਂ ਸੰਤ ਪ੍ਰੀਤਮ ਦਾਸ ਜੀ ਚੈਰੀਟੇਬਲ ਮੈਮੋਰੀਅਲ ਹਸਪੀਟਲ ਵਿਖੇ ਹਾਜ਼ਰੀ ਭਰ ਰਹੇ ਹਾਂ, ਜਿੱਥੇ ਸਰਦਾਰ ਸੁੱਚਾ ਸਿੰਘ ਜੀ, ਬੀਬੀ ਅਮਰ ਕੌਰ ਜੀ ਦੇ ਪਰਿਵਾਰ ਵੱਲੋਂ, ਬਹਿਗਲ ਪਰਿਵਾਰ ਵੱਲੋਂ ਅੱਖਾਂ ਦਾ ਚੌਥਾ ਦਿਨ ਹੈ, ਕੈਂਪ ਲੱਗਾ ਹੋਇਆ ਹੈ। ਔਰ ਜਿਨ੍ਹਾਂ ਦੇ ਕੱਲ੍ਹ ਰਾਤੀ ਆਪਰੇਸ਼ਨ ਹੋਏ ਸਨ, ਉਹਨਾਂ ਪੇਸ਼ੈਂਟਾਂ ਵਿੱਚੋਂ 52 ਪੇਸ਼ੈਂਟ ਦੇ ਨਵੇਂ ਲੈਂਸ ਪਏ ਹਨ ਔਰ 10 ਆਪਰੇਸ਼ਨ ਜਿਨ੍ਹਾਂ ਦੇ ਨੀਡਲਿੰਗ ਵਗੈਰਾ, ਸਫਾਈ ਵਗੈਰਾ ਜਾਂ ਹੋਰ ਸਿਸਟ ਵਗੈਰਾ ਮੂਵ ਕਰਨਾ ਸੀਗਾ, ਉਹ ਆਪਰੇਸ਼ਨ ਹੋਏ ਹਨ। ਟੋਟਲ 62 ਮਰੀਜ਼ਾਂ ਦੇ ਆਪਰੇਸ਼ਨ ਹੋਏ ਹਨ, ਜਿਹੜੇ ਕਿ ਆਪ ਇਸ ਵਕਤ ਦੇਖ ਰਹੇ ਹੋ। ਮਹਾਰਾਜ ਦੀ ਕਿਰਪਾ ਔਰ ਸੰਤ ਬਾਬਾ ਨਿਰਮਲ ਦਾਸ ਜੀ ਮਹਾਰਾਜ ਦੀ ਸਰਪ੍ਰਸਤੀ ਹੇਠ ਇਹ ਜੋ ਕਾਰਜ ਹੋ ਰਹੇ ਹਨ, ਉਸ ਦੇ ਵਿੱਚ ਪੂਰੀ ਡਾਕਟਰ ਦੀ ਟੀਮ, ਜੋ ਡਾਕਟਰ ਸਾਹਿਬ ਹਨ ਔਰ ਡਾਕਟਰ ਰਿਸ਼ੀ ਸਾਡੇ ਪਾਸ ਖੜੇ ਹਨ, ਉਹਨਾਂ ਦੀ ਟੀਮ ਵੱਲੋਂ ਸਾਰੇ ਆਪਰੇਸ਼ਨ ਕੀਤੇ ਗਏ ਹਨ। ਔਰ ਆਪਾਂ ਨੂੰ ਸਾਰੇ ਮਰੀਜ਼ ਇਸ ਵੇਲੇ ਦੱਸ ਰਹੇ ਹਨ ਕਿ ਉਹਨਾਂ ਦੇ ਅੱਖਾਂ ਦੇ ਆਪਰੇਸ਼ਨ ਸਾਰੇ ਆਲਮੋਸਟ ਠੀਕ ਹੈ। ਥੋੜ੍ਹੀ ਬਹੁਤ ਰੜਕ ਪੈਂਦੀ ਹੈ, ਉਹ ਨੈਚੁਰਲੀ ਹੁੰਦੀ ਹੈ, ਔਰ ਬਾਕੀ ਸਾਰਿਆਂ ਦਾ ਸਕਸੈਸਫੁਲੀ ਟ੍ਰੀਟਮੈਂਟ ਹੋ ਗਈ ਹੈ। ਸੋ ਅਸੀਂ ਧੰਨਵਾਦ ਕਰਦੇ ਹਾਂ ਬਾਬਾ ਜੀ ਦਾ, ਬਾਬਾ ਨਿਰਮਲ ਦਾਸ ਜੀ ਮਹਾਰਾਜ ਜੀ ਦਾ, ਔਰ ਨਾਲ ਧੰਨਵਾਦ ਕਰਦੇ ਹਾਂ ਡਾਕਟਰ ਸਾਹਿਬ ਹਰੀਸ਼ਰ ਜੀ ਔਰ ਡਾਕਟਰ ਸੂਦ ਸਾਹਿਬ ਜੀ। ਇਹਨਾਂ ਸਾਰੀ ਟੀਮ ਦਾ ਧੰਨਵਾਦ ਕਰਦੇ ਹਾਂ ਔਰ ਜਿੰਨੇ ਵੀ ਇੱਥੇ ਸੇਵਾਦਾਰ ਉਹਨਾਂ ਦਾ ਧੰਨਵਾਦ ਕਰਦੇ ਹਾਂ। ਸੰਤ ਬਾਬਾ ਜੀ ਪਹੁੰਚ ਰਹੇ ਹਨ, ਤਾਂ ਆਪਾਂ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ। ਬੋਲੇ ਸੋ ਨਿਹਾਲ। बहुत धन्यवाद, मैं लेट हो गया तो ठीक है जी। हाँ जी, ਆਪਾਂ ਗੱਲਬਾਤ ਕਾਰਡ ਲਿਆਓ, ਇਹਨਾਂ ਦੇ ਕਾਰਡ ਕਿੱਥੇ ਆ? मैं हाँ बस दे रहे थे कैंप के बाद बाबा जी हमारे सारे कैंप का काम ਤੇ ਨਹੀਂ ਤੁਸੀਂ ਕਿੱਥੇ ਹੋ? ਉਹ ਦੇ ਆਇਆ ਸੀ ਕੱਲ 5 ਦਿਨ ਮਿਲਦਾ ਤੁਹਾਨੂੰ ਘਰ ਆਣ ਕੇ, ਮੈਂ ਘੰਟੇ ਦੇ ਵਿਹਲੇ ਹੋ ਜਾਣਾ, ਆਉਣਾ ਮੈਂ ਘਰ। ਜੋਗਿੰਦਰ ਸਿੰਘ ਸਰ, ਬਾਬਾ ਸਿੰਘ, ਆਸ਼ਾ ਰਾਣੀ, आशा रानी, दीदी आशा रानी, सुरेंद्र कुमार, आशा रानी, ਮੀਤ ਸਿੰਘ। ਹਾਂਜੀ, चले भी गए मॉडल हाउस तो आशा रानी बीबी वो चले ਸਪੈਸ਼ਲ ਪੇਸ਼ੈਂਟ ਸੀ। ਕਮਲਜੀਤ ਕੌਰ, कमलजीत कौर, ਰਘਵੀਰ, जरनैल सिंह, ਰਘਵੀਰ, ਭਜਨ ਸਿੰਘ। ਤੁਸੀਂ ਇੱਧਰ ਆਉਣਾ, ਇੱਧਰ ਕਿਉਂ ਆਉਣਾ? ਆ ਕੌਣ? ਬਲਵਿੰਦਰ ਕੌਰ, ਬਲਵਿੰਦਰ ਕੌਰ। ਇਹ ਤਾਂ ਕੋਣੇ ਨਹੀਂ ਸਾਹਮਣੇ ਰੱਖਣਾ, ਇਦਾਂ ਸਾਹਮਣੇ ਜੀ, ਇਹ ਸਾਹਮਣੇ ਰੱਖਣਾ ਸੇਵਾ। ਨਹੀਂ ਬਲਵਿੰਦਰ ਕੌਰ ਕੌਣ ਆ? ਮੈਨੂੰ ਫੜਾਓ ਇੱਧਰ। ਬਲਵਿੰਦਰ ਸਨ ਆਫ ਸ਼ਿੰਗਾਰਾ ਸਿੰਘ। ਸਿੰਗਾਰਾ ਸਿੰਘ ਭਜਨ ਕਰਦੇ ਕਿ ਨਹੀਂ? जोगिंदर कौर, अमृत लाल, ਨੀਲਮ ਕਿੱਥੇ ਆ? नीलम, ਨੀਲਮ। मेरा नाम है नीलम 2 है, ਤੁਹਾਡੇ ਵੀ ਲੈਣ नीलम है। ਗੁਰਵੀਰ, ਜੰਤਰਾਮ, ਗੁਰਦੀਪ ਕੌਰ, ਵਾਈਫ ਆਫ ਦਵਿੰਦਰ ਸਿੰਘ। ਗੁਰਦੀਪ ਕੌਰ, गुरदीप कौर, ਹਾਂਜੀ, ਬਲਵੀਰ ਕੌਰ ਸਾਨੂੰ ਸਤੀ ਸਿੰਘ। पीछे पड़ा दो बाहर मदन लाल कौन है? ਬਲਵੀਰ ਕੌਰ, ਪਿੱਛੇ ਵਾਈਫ ਬਦਲ ਆਫ ਸੁਰਜੀਤ ਸਿੰਘ। ਆਲਮੋਰ ਵਾਈਫ ਆਫ ਸ਼ਿੰਦੋ, ਵਾਈਫ ਆਫ ਜੀਤ ਰਾਮ। ਜੈ ਦੇਵੀ, ਆਵੋ ਕਾਜੋ ਰਾਗਨ ਭਾਈ। इधर आ देखो ਸੁਰਜੀਤ ਸਿੰਘ, ਰਾਮਦਾਸ ਸਨਤ ਚੰਦਾ। ਨੀਂਦਰ ਦਾ ਜੀ पीछे दौलत राम, हरबंस लाल, करतार चंद, हरबंस लाल, करतार चंद,
हाँ ठीक है हैं ये फिर मैं और रख लेना मैं मिला नहीं आपके इलाज कराऊंगा फिर उधर ਸਾਰਿਆਂ ਕਾਰਡ ਨੂੰ ਅੱਖਾਂ 'ਚ ਮਾਰੀ ਜਾਂਦੇ ਪਿੱਛੇ बोले सो निर्भय सतगुरु रविदास महाराज की जय बोले सो निर्भय संत बाबा पीतू दास महाराज की जय बहुत बहुत ਤੁਹਾਡਾ ਧੰਨਵਾਦ ਮੈਨੂੰ ਸੇਵਾ ਦਿੱਤੀ ਆ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਡੀਆਂ ਅੱਖਾਂ ਬਹੁਤ ਵਧੀਆ ਮਾਲਕ ਨੇ ਕਿਰਪਾ ਕੀਤੀ ਆ ਤੇ ਬਹੁਤ ਵਧੀਆ ਅੱਖਾਂ ਬਣੀਆਂ ਕਿਸੇ ਦੀ ਅੱਖ 'ਚੋਂ ਕੋਈ ਲਾਲੀ ਤਾਂ ਨਹੀਂ ਕਿਸੇ ਦੀ ਅੱਖ 'ਚ ਲਾਲੀ ਤਾਂ ਨਹੀਂ ਹਾਂ ਪਾਣੀ ਅੱਖ 'ਚੋਂ ਜਾਂਦਾ ਹੋਵੇ ਲਾਲੀ ਜਾਂ ਹੋਵੇ ਤਾਂ ਕੋਈ ਪਰੇਸ਼ਾਨੀ ਹੁੰਦਾ ਠੀਕ ਹੈ ਨਾ ਇਹ ਕਿ 2 ਦਿਨ ਦਾ ਹੁੰਦਾ 2 ਦਿਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਜਾਣਾ ਜਿਵੇਂ ਘਬਰਾਉਂਦਾ ਬੰਦਾ ਵੀ ਪਤਾ ਨਹੀਂ ਸਾਡੇ ਲਈ ਅਸੀਂ ਸਾਰਾ ਕੁਝ ਕਰ ਰਹੇ ਸਾਡੇ ਕੋਲ ਪੈਸਾ ਤਾਂ ਨਹੀਂ ਲਿਆ ਕੇ ਦੇਣੇ ਕੋਈ ਇਹ ਘਰ ਦੇ ਜਦੋਂ ਲੈ ਕੇ ਜਾਣਗੇ ਡਾਕਟਰ ਦੇ ਕੋਲ 75000 ਰੁਪਇਆ ਲੱਗਣਾ ਆਹ ਹੁਣ ਜਿਹਦਾ ਕਾਰਡ ਹੈ 75000 ਰੁਪਇਆ ਲਵਾਉਣਾ ਉਹਦਾ ਉੱਥੇ ਭੇਜੂਗਾ ਡਾਕਟਰ ਦੇ ਫਿਰ ਪਤਾ ਲੱਗਦਾ ਵੀ ਆਪਾਂ ਇਲਾਜ ਕਿੱਦਾਂ ਕਰਾਈਏ ਤੇ ਜਿਨ੍ਹਾਂ ਨੇ ਆਪਣਾ ਵਾਰਸ ਦੀ ਕਿਰਪਾ ਹੋਈ ਹੈ ਬਹੁਤ ਵਧੀਆ ਸਾਰਿਆਂ ਦੀਆਂ ਅੱਖਾਂ ਬਣੀਆਂ ਔਰ ਕੋਈ ਵੀ ਪਰੇਸ਼ਾਨੀ ਹੋਵੇ ਤੁਸੀਂ ਨਹੀਂ ਘਬਰਾਉਣਾ ਠੀਕ ਹੈ ਨਾ ਇਹਦੇ ਪਿੱਛੇ ਨੰਬਰ ਲਿਖਿਆ ਹੋਇਆ ਜੇ ਤੁਹਾਨੂੰ ਕੋਈ ਪਰੇਸ਼ਾਨੀ ਆਉਂਦੀ ਆ ਤੇ ਤੁਸੀਂ ਆਪ ਨਹੀਂ ਕਿਤੇ ਜਾਣਾ ਡਾਕਟਰ ਨੂੰ ਟੈਲੀਫੋਨ ਕਰਨਾ ਠੀਕ ਹੈ ਨਾ ਦਵਾਈਆਂ ਤੁਹਾਨੂੰ ਦਿੱਤੀਆਂ 5 ਦਿਨ ਦੀਆਂ 5 ਦਿਨ ਦਵਾਈ ਖਾ ਕੇ ਡਾਕਟਰ ਸਾਹਿਬ ਜਿੱਥੇ ਤੁਹਾਨੂੰ ਕਹਿਣਗੇ ਬੁਲਾਉਣਗੇ ਉੱਥੇ ਤੁਸੀਂ ਆਉਣਾ ਮੇਰਾ ਖਿਆਲ ਉੱਥੇ ਚੱਕ ਖੁਰਦ ਨਾ ਹਾਂ ਉੱਥੇ ਤੁਹਾਨੂੰ ਇੱਥੇ ਨਹੀਂ ਆਉਣਾ ਪੈਣਾ ਉੱਥੇ ਡਾਕਟਰ ਤੁਹਾਡੇ ਕੋਲ ਚੱਲ ਕੇ ਆਊਗਾ ਠੀਕ ਹੈ ਨਾ ਇੱਕ ਸੰਤ ਹੋਇਆ ਉਹਨਾਂ ਦਾ ਜੈਦਰਥ ਹੋਇਆ ਸੰਤਾਂ ਦਾ ਨਾਮ ਸੁਣ ਲਓ ਗੱਲ ਜੈਦਰਥ ਦਾ ਨਾਮ ਹੋਇਆ ਪਟਨਾ ਸਾਹਿਬ ਜਿਸ ਵੇਲੇ ਪਟਨਾ ਸਾਹਿਬ ਦਰਸ਼ਨ ਕਰਨ ਜਾਂਦੇ ਨਾ ਤੇ ਪਟਨਾ ਸਾਹਿਬ ਤੋਂ 15-20 ਕਿਲੋਮੀਟਰ ਬਾਹਰ ਆ ਤੇ ਉਹਨਾਂ ਦੀ ਉਮਰ ਸੀ 300 ਸਾਲ ਤੇ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਕੋਲ ਗਏ ਉਹਨਾਂ ਨੂੰ ਮਿਲਣ ਵਾਸਤੇ ਤੇ ਜਿਸ ਵੇਲੇ ਉਹਨਾਂ ਨੂੰ ਮਿਲੇ ਸਾਰੀ ਗੱਲਬਾਤ ਹੋਈ ਤੇ ਮਹਾਰਾਜ ਕਹਿੰਦੇ ਅਸੀਂ ਤਾਂ ਹੁਣ ਅੱਗੇ ਜਾਣਾ ਤੇ ਉਹ ਕਹਿਣ ਲੱਗੇ ਮਹਾਰਾਜ ਤੁਸੀਂ ਤਾਂ ਅੱਗੇ ਚਲੇ ਜਾਣਾ ਤੇ ਮੈਨੂੰ ਕਿਰਪਾ ਕਰੋ ਮੇਰੇ ਸੀਸ ਤੇ ਹੱਥ ਰੱਖੋ ਤੇ ਮੈਂ ਹੁਣ ਤੁਹਾਡੇ ਚਰਨਾਂ 'ਚ ਰਹਿਣਾ ਚਾਹੁੰਦਾ ਤੇ ਉਹ ਕਹਿਣ ਲੱਗੇ ਜਦੋਂ ਮਹਾਰਾਜ ਨੇ ਦੇਖਿਆ ਮਹਾਰਾਜ ਕਹਿੰਦੇ ਅਜੇ ਨਹੀਂ ਤੁਹਾਨੂੰ ਛੁੱਟੀ ਮਿਲਣੀ ਉਹ ਕਹਿਣ ਲੱਗੇ ਕਦੋਂ ਕਹਿੰਦੇ 9ਵੀਂ ਜੋਤ ਆਊਗੀ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਨਾਨਕ ਦੇਵ ਜੀ ਤੋਂ ਬਾਅਦ 9ਵੀਂ ਜੋਤ ਆਊਗੀ ਗੁਰੂ ਤੇਗ ਬਹਾਦਰ ਸਾਹਿਬ ਤੇ ਉਹ ਤੁਹਾਨੂੰ ਆਗਿਆ ਦੇਣਗੇ ਫਿਰ ਉਹ ਤੁਹਾਨੂੰ ਤੋਰਨਗੇ ਉਦੋਂ ਤੱਕ ਤੁਸੀਂ ਉਡੀਕ ਕਰੋ ਉਹ ਕਹਿੰਦੇ ਮਹਾਰਾਜ ਤਾਂ ਪਹਿਲੀ ਜੋਤ ਆ ਪਤਾ ਨਹੀਂ ਕਦੋਂ ਨੂੰ 9ਵੀਂ ਜੋਤ ਆਉਣੀ ਹੈ ਤਾਂ ਇੱਕ ਦਿਨ ਦਾ ਪਤਾ ਨਹੀਂ ਤੇ ਉਹ ਕਹਿਣ ਲੱਗੇ ਨਹੀਂ ਤੁਸੀਂ ਤੁਹਾਨੂੰ ਰੁਕਣਾ ਪਵੇਗਾ ਤੇ ਫਿਰ ਕਹਿਣ ਲੱਗੇ ਮਹਾਰਾਜ ਮੇਰਾ ਨਿਯਮ ਹੈ ਇੱਕ ਮੈਂ ਨਾ ਗੰਗਾ ਇਸ਼ਨਾਨ ਕਰਕੇ ਜਮਨਾ ਮਾਰ ਨਾਲ ਦੀ ਚੱਲਦੀ ਹੈ ਨਾ ਤੇ ਉੱਥੋਂ 6-7 ਕਿਲੋਮੀਟਰ ਅੱਗੇ ਆ ਤੇ ਉਹ ਕਹਿੰਦੇ ਮਹਾਰਾਜ ਮੈਂ ਰੋਜ਼ ਉੱਥੇ ਇਸ਼ਨਾਨ ਕਰਕੇ ਤੇ ਫਿਰ ਮੈਂ ਆਪਣਾ ਨਿਤਨੇਮ ਕਰਕੇ ਤੇ ਫਿਰ ਲੰਗਰ ਪਾਣੀ ਛਕਦਾ ਪਹਿਲਾਂ ਮੈਂ ਇਸ਼ਨਾਨ ਕਰਨ ਜਾਂਦਾ ਉੱਥੇ ਹੁਣ ਮੇਰਾ ਸਰੀਰ ਬਿਰਧ ਹੋ ਗਿਆ ਤੇ ਮੈਂ ਉੱਥੇ ਜਾ ਨਹੀਂ ਸਕਦਾ ਤੇ ਮੈਂ ਉੱਥੇ ਕਿੱਦਾਂ ਜਾਊਂਗਾ ਗੁਰੂ ਮਹਾਰਾਜ ਦੀ ਇੰਨੇ ਦੇਰ ਮੈਂ ਉਡੀਕ ਕਰਨੀ ਆ ਤੇ ਉੱਥੇ ਆਪਣਾ ਨਿਯਮ ਕਿੱਦਾਂ ਕਰੂੰਗਾ ਪੂਰਾ ਤੇ ਫਿਰ ਮਹਾਰਾਜ ਕਹਿਣ ਲੱਗੇ ਕੋਈ ਨਹੀਂ ਗੰਗਾ ਜਮਨਾ ਤੇਰੇ ਕੋਲ ਆਇਆ ਕਰੂਗੀ ਤੇ ਫਿਰ ਉਹ ਗਊ ਦਾ ਰੂਪ ਧਾਰਨ ਕਰਕੇ ਨਾ ਉੱਥੇ ਮਹਾਰਾਜ ਨੂੰ ਇਸ਼ਨਾਨ ਕਰਾਉਂਦੇ ਰਹੇ ਜੈਦਰਥ ਸੰਤ ਨੂੰ ਤੇ ਕਿੰਨੀ ਦੇਰ ਕਰਦੇ ਰਹੇ ਉਹ 9ਵੀਂ ਜੋਤ ਤੱਕ ਕਿੰਨੇ ਸਾਲ ਲੱਗ ਗਏ 300 ਸਾਲ ਦੀ ਪਹਿਲਾਂ ਉਮਰ ਸੀ 300-400 ਸਾਲ ਫੇਰ ਲੱਗਿਆ 600-700 ਸਾਲ ਦੀ ਉਮਰ ਉਹਨਾਂ ਦੀ ਹੋਈ ਜੈਦਰਥ ਜੀ ਦੀ ਤੇ ਤੁਹਾਡੇ ਕੋਲ ਵੀ ਗੰਗਾ ਚੱਲ ਕੇ ਆਊਗੀ ਤੁਸੀਂ ਉਡੀਕ ਕਰਨੀ ਠੀਕ ਹੈ ਨਾ ਡਾਕਟਰ ਸਾਹਿਬ ਸਾਡੇ ਕੋਲ ਚੱਲ ਕੇ ਆਉਣਗੇ ਤੁਸੀਂ ਨਹੀਂ ਆਉਣਾ ਪਰ ਆਪਣਾ ਖਿਆਲ ਰੱਖਣਾ ਮੈਂ ਤੁਹਾਨੂੰ ਦੱਸਦਾ 5-6 ਚੀਜ਼ਾਂ ਦਾ ਖਿਆਲ ਰੱਖਣਾ ਤੁਸੀਂ ਉਹ ਤੁਹਾਡੇ ਵਾਸਤੇ ਜੇ ਤੁਸੀਂ ਖਿਆਲ ਉਸ ਤਰ੍ਹਾਂ ਕਰੋਗੇ ਉਹਦਾ ਦਵਾਈ ਖਾਓਗੇ ਤੇ ਜਿੰਨੀ ਦੇਰ ਸਾਡੀ ਉਮਰ ਹੈ ਨਾ ਉਨੀ ਦੇਰ ਲਾਈਟ ਸਾਡੀ ਇਦਾਂ ਦੀ ਬਣੀ ਰਹੂਗੀ ਤੇ ਜੇ ਤੁਸੀਂ ਅਣਗਹਿਲੀ ਕੀਤੀ ਤੇ ਫਿਰ ਸਾਡੀ ਜ਼ਿੰਮੇਵਾਰੀ ਕੋਈ ਨਹੀਂ ਡਾਕਟਰ ਵੀ ਸਾਡੇ ਕੋਲ ਚਲੇ ਜਾਣਗੇ ਦਵਾਈਆਂ ਵੀ ਤੁਹਾਨੂੰ ਮਿਲ ਜਾਣਗੀਆਂ ਲੈਂਸ ਵੀ ਵਧੀਆ ਪੈ ਗਏ ਆ ਤੇ ਜੇ ਹੁਣ ਤੁਸੀਂ ਕੋਈ ਗਲਤੀ ਛੱਡ ਕੇ ਚਲੇ ਗਿਆ ਇਹਨੂੰ ਪਤਾ ਹੀ ਨਹੀਂ ਆਪਣਾ ਵੀ ਇਹ ਕੀ ਕੀਮਤ ਹੈ ਇਹਦੀ ਮਹਾਰਾਜ ਰਤਨ ਕਿਹਾ ਅੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾ ਚੱਲਣ ਚੱਬਣ ਰਤਨ ਸੇ ਇਹ ਅੱਖਾਂ ਰਤਨ ਹੈ ਸਾਡੇ ਕੋਲ ਰਤਨ ਦੀ ਕੀਮਤ ਪਤਾ ਕਿੰਨੀ ਹੁੰਦੀ ਆ ਸੋਨੇ ਦੀ ਕੀਮਤ ਹੋ ਜਾਂਦੀ ਆ ਇਹ ਰਤਨ ਦੀ ਕੀਮਤ ਨਹੀਂ ਹੁੰਦੀ ਉਹਦੀ ਬਹੁਤ ਯਾਰ ਇਹਨੂੰ ਪਰੇ ਲੈ ਜਾਓ ਜਿਹੜਾ ਆਪਣਾ ਰਤਨ ਹੈ ਨਾ ਉਹ ਸਭ ਤੋਂ ਕੀਮਤੀ ਹੈ ਦੁਨੀਆ ਦੇ ਵਿੱਚ ਤੇ ਉਹ ਮਾਲਕ ਕਹਿੰਦਾ ਤੁਹਾਡੇ ਸਰੀਰ ਦੇ ਵਿੱਚ ਵੀ ਸਭ ਤੋਂ ਕੀਮਤੀ ਚੀਜ਼ ਲਾਈ ਬਾਬਾ ਜੀ ਨੇ ਉਸ ਮਾਲਕ ਨੇ ਰਤਨ ਜੇ ਅੱਖਾਂ ਹੈ ਨਹੀਂ ਤਾਂ ਕੁਝ ਵੀ ਨਹੀਂਗਾ ਦੂਜੇ ਦੇ ਅਧੀਨ ਹੋ ਜਾਂਦਾ ਗੁਲਾਮ ਬਣ ਜਾਂਦਾ ਕਿਸੇ ਜਾ ਨਹੀਂ ਸਕਦਾ ਕੁਝ ਕਰ ਨਹੀਂ ਸਕਦਾ ਇਸ ਕਰਕੇ ਅੱਖਾਂ ਦੀ ਸੰਭਾਲ ਕਰਨੀ ਦੰਦਾਂ ਦੀ ਸੰਭਾਲ ਕਰਨੀ ਕੰਨਾਂ ਦੀ ਸੰਭਾਲ ਕਰਨੀ ਔਰ ਸਰੀਰ ਦੀ ਸੰਭਾਲ ਕਰਨੀ ਜੇ ਤੁਸੀਂ ਕਰੋਗੇ ਤੇ ਫਿਰ ਤੁਹਾਡੇ ਸਾਰੇ ਹੀ ਤੁਹਾਡਾ ਪਿਆਰ ਕਰਨਗੇ ਇੱਕ ਵੀ ਇਹਦੇ ਚ ਵਿਗੜ ਗਿਆ ਤੁਹਾਨੂੰ ਕਿਸੇ ਨੇ ਨਹੀਂ ਪੁੱਛਿਆ ਕਿਸੇ ਨੇ ਕੋਈ ਲੈ ਕੇ ਆਇਆ ਤੁਹਾਨੂੰ ਵੀ ਜਾ ਕੇ ਸਿੱਧ ਤੇ ਤੁਹਾਨੂੰ ਅੱਖਾਂ ਬਹੁਤ ਠੀਕ ਕਰਾ ਲਈਏ ਤੁਹਾਡੀਆਂ ਕਿੰਨੇ ਤੁਸੀਂ ਆਏ ਦੱਸੋ ਕੋਈ ਲੈ ਕੇ ਗਿਆ ਮਾੜਾ ਮੋਟਾ ਚੈੱਕ ਕਰੋ ਤਾਂ ਲੈ ਨਹੀਂ ਉਹਦਾ ਟਾਈਮ ਹੀ ਨਹੀਂ ਲੱਗਦਾ ਉਹ ਬਾਰੀ ਨਹੀਂ ਆਉਂਦੀ ਜੇ ਬਾਰੀ ਆਉਂਦੀ ਕਹਿੰਦੇ 75000 ਰੁਪਇਆ ਰੱਖ ਦਿਓ ਇੱਥੇ ਫਿਰ ਤੁਹਾਡੇ ਨਾਲ ਗੱਲ ਕਰਾਂ ਸਾਡੇ ਡਾਕਟਰ ਸਾਹਿਬ ਪਹਿਲਾਂ 500 ਰੁਪਇਆ ਅੰਦਰ ਜਾਣ ਦਾ ਲੈਂਦੇ ਆ ਉੱਥੇ ਤੁਸੀਂ ਜਾ ਕੇ ਦਿਖਾਓ ਨਾ ਕੋਈ ਉੱਦਾਂ ਹੀ 500 ਰੁਪਇਆ ਤੁਹਾਡੇ ਕੋਲ ਲੈਣਾ ਤੇ 4-5 ਹਜ਼ਾਰ ਦੀ ਤੁਹਾਨੂੰ ਦਵਾਈ ਦੇਣੀ ਆ ਉਸ ਤੋਂ ਬਾਅਦ ਲੈਂਜ ਜਿਹੜੇ ਆ 75000 ਦੇ ਪੈਣੇ 75000 ਤੋਂ ਲੈ ਕੇ 2.5 ਲੱਖ ਤੱਕ ਲੈਂਜ ਪਾਇਆ ਜਾਂਦਾ ਤੇ ਸਾਡੇ ਬੇਗਲ ਸਾਹਿਬ
ਕੋਈ ਦੁੱਕੀ ਵੀ ਨਹੀਂ ਲਈ ਤੁਹਾਡੇ ਕੋਲੋਂ। ਅੱਛਾ ਜੀ, ਧੰਨਵਾਦ। ਤੇ ਫਿਰ ਸੋ ਭਾਈ ਸੋ ਮੇਰਾ ਵੀਰੇ, ਤੁਹਾਡੇ ਭਾਈ ਸਾਹਿਬ ਸਾਡੇ ਵੀਰ ਆ, ਤੁਹਾਡੇ ਸਗੇ ਇਹੋ ਹੋਏ ਕੋ ਹੋਏ ਤੁਹਾਡੇ ਜਿਹੜੇ ਨਾਲ ਜੰਮੇ ਆ, ਇਹੋ ਹੁੰਦੇ। ਠੀਕ ਹੈ ਨਾ, ਦੁੱਖ ਸੁੱਖ ਦੇ ਵਿੱਚ ਜਿਹੜਾ ਦੁੱਖ ਸੁੱਖ ਦੇ ਵਿੱਚ ਕੰਮ ਆਉਂਦਾ ਨਾ, ਉਹੀ ਭਰਾ ਆ, ਉਹੀ ਵੀਰ ਆ, ਸਾਰਾ ਕੁਝ ਉਹੀ ਆ। ਤੇ ਸਭ ਤੋਂ ਵੱਡਾ ਮੀਤ ਮਾਰਾ ਕਹਿੰਦੇ, ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਕੀ ਕਮੀਆਂ। ਜਿਹਦਾ ਸਮੀਆਂ ਪ੍ਰਮਾਤਮਾ ਤੁਹਾਡਾ ਮਿੱਤਰ ਬਣ ਜਾਏ, ਤੇ ਇਹ ਉਸ ਰੂਪ ਦੇ ਵਿੱਚ ਹੋ ਕੇ ਤੁਹਾਡੇ ਲਈ ਆਏ ਆ, ਤੁਹਾਡੀ ਸੇਵਾ ਉਹਨਾਂ ਨੂੰ ਮਿਲੀ ਆ, ਤੇ ਤੁਹਾਡੇ ਹੁਣ ਫਰਜ਼ ਬਣਦਾ ਉਹਨਾਂ ਨੂੰ ਆਪਾਂ ਜਿੰਨਾ ਚਿਰ ਸਾਨੂੰ ਮਾਲਕ ਨੇ 5 ਦਿਨ ਦੀ ਦਵਾਈ ਇਹ ਆ, ਤੁਹਾਨੂੰ 35 ਦਿਨ ਦੀ ਦਵਾਈ ਫ੍ਰੀ ਦਿੱਤੀ ਆ। 35 ਦਿਨਾਂ ਦੀ ਦਵਾਈ ਤੁਹਾਨੂੰ ਫ੍ਰੀ ਮਿਲਣੀ ਆ। ਤੇ ਉਹ ਸਹੀ ਤਰ੍ਹਾਂ ਤੁਸੀਂ ਆਪਣੀ ਪਾਰੇ ਕਈ ਵਾਰ ਸਿੱਟੀ ਜਾਂਦੀਆਂ ਤੇ ਬੀਬੀਆਂ ਸਾਨੂੰ ਚੁਗਣੀ ਪੈਂਦੀ ਮਗਰ ਦਵਾਈ, ਉਹ ਰੋਟੀ ਖਾਣ ਗਈਆਂ ਉੱਥੇ ਸਿੱਟ ਗਈਆਂ, ਉਹ ਸ਼ੀਸ਼ੀ ਅੱਖਾਂ 'ਚ ਜਿਹੜੀ ਦਵਾਈ ਪਾਉਣੀ ਉਹ ਵੀ ਸਿੱਟ ਗਈਆਂ। ਤੇ ਹੁਣ ਪਤਾ ਨਹੀਂ ਜਿਹਦਾ ਕੀਮਤ ਖਰਚੀ ਹੋਵੇ ਫਿਰ ਤਾਂ ਸੋਨੇ ਵਾਂਗੂ ਸੰਭਾਲ ਕੇ ਰੱਖਦੇ ਤਿਜੋਰੀ ਵਿੱਚ, ਤੇ ਚਾਬੀਆਂ ਵੀ ਇੱਥੇ ਲਾ ਕੇ ਜਿਹੜੀ ਐਮਰਜੈਂਸੀ ਜੇਬ ਹੈ ਉਹ 'ਚ ਰੱਖਦੀਆਂ ਵੀ ਕਿਤੇ ਪਤਾ ਨਾ ਲੱਗ ਜਾਏ ਮੇਰੇ ਪੋਤੀ ਨੂੰ ਤਾਂ ਦੂਜੇ ਨੂੰ ਤਾਂ ਕੱਢ ਲੈਣਾ ਉਹਨਾਂ ਨੇ, ਸੁੱਤਿਆਂ ਪਿਆ ਕੱਢ ਕੇ ਲੈ ਜਾਂਦੇ ਆ। ਔਰ ਤੁਸੀਂ ਸੌ ਜਾਂਦੇ ਆ, ਤੁਹਾਡੀ ਜੇਬ 'ਚ ਚਾਬੀਆਂ ਕੱਢ ਕੇ ਸਾਰਾ ਕੁਝ ਕੱਢ ਕੇ ਲੈ, ਤੁਹਾਨੂੰ ਪਤਾ ਵੀ ਨਹੀਂ ਲੱਗਦਾ। ਉਦੋਂ ਪਤਾ ਲੱਗਦਾ ਜਦੋਂ ਉੱਥੇ ਕਹਿੰਦਾ ਮੇਰੇ ਪਤਾ ਨਹੀਂ ਚੋਰੀ ਹੋਈ, ਕੌਣ ਲੈ ਗਿਆ। ਚੋਰ ਤਾਂ ਘਰੇ ਹੀ ਬੈਠਾ, ਬਾਹਰ ਨਹੀਂ ਚੋਰ, ਤੁਹਾਡੇ ਘਰ 'ਚ ਹੀ ਚੋਰ ਆ। ਤੇ ਇਸ ਕਰਕੇ ਆਪਾਂ ਸਾਰਿਆਂ ਨੇ ਆਪਣੇ ਆਪ ਦੀ ਸੰਭਾਲ ਕਰਨੀ ਆ। ਤੇ ਆਪਾਂ ਬਹੁਤ ਵਧੀਆ ਜਿਹੜੀਆਂ ਤੁਹਾਨੂੰ ਦਵਾਈਆਂ ਦਿੱਤੀਆਂ ਨਾ ਪਿੱਛੇ ਲਿਖੀਆਂ ਆ। ਵੱਡੀ ਗੱਲ ਇਹ ਜਿਹੜੀ ਸਾਡੇ ਲੈਂਸ ਪਾਇਆ ਗਿਆ ਨਾ, ਕੋਈ ਵੀ ਤੁਹਾਨੂੰ ਆ ਕਿਸੇ ਦਾ ਇਹਦਾ ਕੋਈ ਵੀ ਅੱਖਾਂ ਸਾਫ ਨਹੀਂ, ਤੇਰੀਆਂ ਅੱਖਾਂ ਸਾਫ ਹੋਈਆਂ ਕਿੱਥੇ ਸੀ ਤੂੰ? ਚੱਲ ਉਧਰ ਆਪਣੇ ਉਧਰ ਆ ਜਾ, ਉਧਰ ਆ ਜਾ। ਜਿਹੜਾ ਸਾਡੇ ਲੈਂਸ ਪਾਇਆ ਨਾ ਅੱਖਾਂ ਦੇ ਵਿੱਚ, ਜਿਹੜਾ ਸਾਡਾ ਸ਼ੀਸ਼ਾ ਪਾਇਆ ਨਾ ਡਾਕਟਰ ਸਾਹਿਬ ਨੇ, ਤੁਹਾਨੂੰ ਤਾਂ ਨਹੀਂ ਪਤਾ ਕੀ ਪਾਇਆ ਡਾਕਟਰ ਸਾਹਿਬ ਨੇ, ਪਰ ਸਾਨੂੰ ਪਤਾ। ਦੇਖੋ ਰਿਪੋਰਟ ਆ ਗਈ ਇਹਨਾਂ ਦੀ ਵੀ ਆਹ ਚੀਜ਼ ਪਾਈ ਹੈ, ਇਹਦੇ ਵਿੱਚ ਸਾਰਾ ਕੁਝ ਦਾ ਰਿਕਾਰਡ ਲਿਖਿਆ ਹੋਇਆ। ਜਿਹੜਾ ਲੈਂਸ ਪਾਇਆ ਤੁਹਾਡੀ ਅੱਖਾਂ ਦੇ ਵਿੱਚ ਸਾਰਾ ਰਿਕਾਰਡ ਇਹਦੇ ਵਿੱਚ, ਇੰਨੀ ਤਾਕਤ ਦਾ ਜੋੜਾ ਪਾਉਂਦੇ ਕਿ ਨਹੀਂ ਤੁਸੀਂ। ਇਸੇ ਤਰ੍ਹਾਂ ਲੈਂਸ ਵੀ ਪਾਇਆ ਜਾਂਦਾ ਤੁਹਾਡੇ ਅੱਖਾਂ 'ਚ ਮਾਰ ਕੇ ਲਾਲ ਜੀ ਲਾਈਟ ਤੇ ਨੰਬਰ ਲੈਂਦੇ ਅੱਖਾਂ ਦਾ। ਤੇ ਜਿੱਦਾਂ ਜੋੜਾ ਆਪਣਾ ਵੱਧ ਘੱਟ ਪੈ ਜਾਵੇ ਤੇ ਫਿਰ ਗੜਬੜ ਹੋ ਜਾਂਦੀ ਨਾ। ਤੇ ਇਸ ਕਰਕੇ ਤੁਹਾਡਾ ਪੂਰਾ ਕਰਕੇ ਨਾ ਡਾਕਟਰ ਸਾਹਿਬ ਨੇ ਤੁਹਾਡੇ ਅੱਖਾਂ ਦੇ ਵਿੱਚ ਪਾਇਆ, ਉਹਦੀ ਰਿਪੋਰਟ ਸਾਰੀ ਆ ਬਾਹਰ ਲਿਖੀ ਆ, ਸਾਰੇ ਤੇ ਸਟਿੱਕਰ ਲੱਗਾ ਹੋਇਆ। ਤੇ ਇਹਦੇ ਅੰਦਰਲੇ ਪਾਸੇ ਆਪਣੇ ਦਵਾਈ ਆ ਲਿਖੀ ਜਿਹੜੀ ਤੁਸੀਂ ਖਾਣੀ ਆ, ਜਿਹੜੀ ਤੁਹਾਨੂੰ ਦਿੱਤੀ ਜਾਏਗੀ, ਇਹਦੇ ਪਿੱਛੇ ਪਾਸੇ ਲਿਖਿਆ। ਠੀਕ ਹੈ, ਕਾਰਡ ਲੈ ਕੇ ਆਉਣਾ, ਜਦੋਂ ਕਾਰਡ ਨਾ ਭੁੱਲ ਜਾਇਓ। ਹਾਂ, ਇਹ ਨਾ ਕਿ ਉਹ ਘਰ ਹੀ ਰਹਿ ਗਿਆ ਤੇ ਫਿਰ ਦਵਾਈ ਨਹੀਂ ਮਿਲਣੀ, ਨਾ ਤੁਹਾਡੀ ਅੱਖ ਠੀਕ ਹੋਣੀ, ਫਿਰ ਕੋਈ ਪ੍ਰੋਬਲਮ ਆ ਗਈ ਤੁਸੀਂ ਜ਼ਿੰਮੇਵਾਰ ਆ। ਇਹਦੇ ਪਿੱਛੇ 5-6 ਚੀਜ਼ਾਂ ਲਿਖੀਆਂ ਨੇ ਡਾਕਟਰ ਸਾਹਿਬ ਨੇ ਕਿ ਅੱਖਾਂ ਦੇ ਕੈਂਪ ਦਾ ਮਰੀਜ਼ਾਂ ਦਾ ਮੁਆਇਨਾ ਅਤੇ ਦਵਾਈ ਮੁਫਤ ਦਿੱਤੀ ਜਾਏਗੀ। ਜਦੋਂ ਤੁਹਾਨੂੰ ਡਾਕਟਰ ਸਾਹਿਬ ਨੇ ਚੈੱਕ ਕਰਨਾ 1 ਰੁਪਈਆ ਨਹੀਂ ਲੈਣਾ, 8 ਆਨੇ ਤੇ ਲੈ ਲੈਣਗੇ। ਠੀਕ ਹੈ, 8 ਆਨੇ ਲਓਗੇ ਤੁਸੀਂ, ਰੁਪਈਆ ਨਹੀਂ ਲੈਣਾ। ਪਰ ਰੁਪਈਆ ਇੱਥੇ 10 ਰੁਪਈਆ ਫੀਸ ਆ, ਪਰ 1 ਰੁਪਈਆ ਨਹੀਂ ਲੈਣਾ, ਉਹ ਤੁਹਾਡਾ ਫ੍ਰੀ ਹੋਏਗਾ। ਔਰ ਦਵਾਈ ਤੁਹਾਨੂੰ ਜਿਹੜੀ ਹੈ ਤੁਹਾਨੂੰ ਨਿਕਲਦਾ ਸਾਰ ਹੀ ਡਾਕਟਰ ਨੇ ਦੇ ਦਿੱਤੀ ਸੀਗੀ। ਜਦੋਂ ਤੁਸੀਂ ਆਪਰੇਸ਼ਨ ਤੇ ਨਿਕਲੇ ਆ ਨਾ, ਉਸ ਵੇਲੇ 5 ਦਿਨ ਦੀ ਦਵਾਈ ਦਿੱਤੀ ਆ। ਸਾਰਿਆਂ ਦਵਾਈ ਖਾਧੀ, ਰਾਤ ਸੌਣ ਲੱਗਿਆ ਨਾ, ਸਵੇਰੇ ਉੱਠਦੇ ਆ ਨਾ, ਵਾਹ ਠੀਕ ਆ, ਮੌਜਾਂ ਲੱਗ ਗਈਆਂ, ਫਿਰ ਤੁਸੀਂ ਕਾਮਯਾਬ ਆ। ਜਿਹਦੀ ਦਵਾਈ ਰਹਿ ਗਈ ਉਹ ਆਪ ਜ਼ਿੰਮੇਵਾਰ ਆ। ਜਿਨ੍ਹਾਂ ਮਰੀਜ਼ਾਂ ਦਾ ਆਪਰੇਸ਼ਨ ਹੋਵੇਗਾ ਉਹਨਾਂ ਨੂੰ ਲੈਂਸ ਅਤੇ ਆਪਰੇਸ਼ਨ ਦੀ ਦਵਾਈ 5 ਦਿਨ ਦੀ ਮੁਫਤ ਦਿੱਤੀ ਗਈ ਹੈ। ਔਰ ਮਰੀਜ਼ਾਂ ਨੂੰ ਦਵਾਈ ਡਾਕਟਰ ਦੀ ਹਦਾਇਤ ਅਨੁਸਾਰ ਖਾਣੀ ਪਵੇਗੀ। ਜਿੱਦਾਂ ਡਾਕਟਰ ਨੇ ਸਾਹਿਬ ਨੇ ਗੋਲੀ ਖਾਣੀ ਤੇ ਘੰਟੇ ਬਾਅਦ ਨਾ ਸ਼ੀਸ਼ੀ ਬਦਲ ਕੇ, ਇੱਕ ਉਹਨਾਂ ਨੂੰ ਸ਼ੀਸ਼ੀ ਦਿੱਤੀ ਆ, ਇੱਕੋ ਹੀ ਸ਼ੀਸ਼ੀ ਆ, ਉਹਨਾਂ ਨੂੰ ਘੰਟੇ ਬਾਅਦ ਪਾਉਣੀ ਲੱਗੇ। ਇੱਕ 2 ਆ, ਉਹ ਘੰਟੇ ਬਾਅਦ ਅੱਧੇ ਘੰਟੇ ਬਾਅਦ ਬਦਲ ਕੇ ਪਾਉਣੀ ਆ। ਜਿਹੜੀ ਪਹਿਲਾਂ ਪਾ ਲਈ, ਦੂਸਰੀ ਫਿਰ ਅੱਧੇ ਘੰਟੇ ਬਾਅਦ ਪਾਉਣੀ। ਠੀਕ ਹੈ ਨਾ, ਅੱਖ ਥੱਲਿਓਂ ਉੱਪਰ ਨਹੀਂ ਖੋਲਣੀ, ਉੱਪਰ ਨੂੰ ਨਹੀਂ ਜਾ ਕੇ ਕਰਿਆ, ਫਿਰ ਨੁਕਸਾਨ ਹੋ ਸਕਦਾ ਤੁਹਾਡਾ। ਥੱਲੇ ਇਹਦੀ ਪੱਗ ਜਿਹੜੀ ਆ ਉਹਨੂੰ ਹੱਥ ਧੋ ਕੇ ਸਾਬਣ ਦੇ ਨਾਲ ਫਿਰ ਦਵਾਈ ਪਾਉਣੀ ਆ। ਤੁਹਾਡੇ ਆਪਣੇ ਹੀ ਨਾਲ ਕੋਈ ਆ ਸਰੀਰ ਗੰਦਾ ਆ, ਬਾਰਾ ਕਹਿੰਦੇ ਸਭ ਤੋਂ ਗੰਦੀ ਜਿਹੜੀ ਸਰੀਰ ਸੰਸਾਰ ਦੇ ਵਿੱਚ ਵਸਤੂ ਦਾ ਸਰੀਰ ਆ ਸਾਡਾ। ਤੇ ਇਹ ਗੰਦਗੀ ਨੂੰ ਸੰਭਾਲ ਕੇ ਗੁਰੂ ਪਾਤਸ਼ਾਹ ਜੀ ਨੇ ਕਾਇਆ, ਇਹਨੂੰ ਕੰਚਨ ਕਾਇਆ ਕਹਿ ਦਿੱਤਾ ਮਹਾਰਾਜ ਜੀ ਨੇ ਸੰਭਾਲਿਆ ਨਾ, ਕੰਚਨ ਸੀ ਕਾਇਆ, ਕੰਚਨ ਸੀ ਕਾਇਆ ਮਹਾਰਾਜ ਬਾਣੀ ਚ ਲਿਖਿਆ। ਤੇ ਇਹ ਜਿਹੜੀ ਕੰਚਨ ਕਾਇਆ, ਕੰਚਨ ਕਹਿੰਦੇ ਸੋਨੇ ਨੂੰ, ਸੋਨਾ ਸਾਡੀ ਜੇ ਦੇਹ ਬਣਾਤੀ ਮਹਾਰਾਜ ਨੇ। ਜਿਹੜਾ ਸਿਮਰਨ ਕਰਦਾ ਉਹਦੀ ਦੇਹ ਆ, ਉਹਨੂੰ ਕਾਲ ਨਾ ਕਾਬੂ ਵਿਆਪੇ, ਸਦਾ ਰਹੇ ਕੰਚਨ ਸੀ ਕਾਇਆ, ਕਾਲ ਨਾ ਕਾਬੂ ਵਿਆਪੇ। ਉਹਨਾਂ ਦੇ ਲਾਗੇ ਕਾਲ ਮਤਲਬ ਕੋਈ ਬਿਮਾਰੀ ਨਹੀਂ ਆ ਸਕਦੀ ਜਿਹਨਾਂ ਦੀ ਸੋਨੇ ਦੀ ਕਾਇਆ ਬਣ ਗਈ। ਤੇ ਕਾਇਆ ਤੁਸੀਂ ਬਣਾਉਣੀ ਆ, ਦੁੱਧ ਪੀਓ ਵਧੀਆ, ਘਿਓ ਖਾਓ, ਮੱਖਣ ਖਾਓ, ਸਬਜ਼ੀਆਂ ਤਾਜ਼ੀਆਂ ਖਾਓ। ਉਹ ਪਤਾ ਨਹੀਂ ਪਰਸੋਂ ਦੀ ਦਾਲ ਪਈ ਉਹਦੀ ਬੇਹੀ, ਉਹਦੇ ਨਾਲ ਹੀ ਖਾ ਕੇ ਗੁਜ਼ਾਰਾ ਕਰਦੇ, ਤਾਜ਼ਾ ਖਾਣਾ ਚਾਹੀਦਾ। ਹਾਂ, ਆਪਰੇਸ਼ਨ ਤੋਂ ਬਾਅਦ ਮਰੀਜ਼ਾਂ ਨੇ ਇਹ ਖਿਆਲ ਰੱਖਣਾ, ਧੂੜ ਜਿੱਥੇ ਧੂੜ ਹੋਵੇ ਉੱਥੇ ਨਹੀਂ ਜਾਣਾ। ਠੀਕ ਆ, ਤੇ ਟੌਰ ਨਾ ਜਾਣਾ ਕਰੋ, ਅੱਖਾਂ ਐਨਕਾਂ ਲਾ ਕੇ। ਠੀਕ ਹੈ ਨਾ, ਅੰਦਰ ਪਹੁੰਚੇ ਤਾਂ ਮਰਜੀ ਰਹੋ। ਹਾਂ, ਧੂੜ ਤੋਂ ਬਚਣ ਲਈ ਐਨਕਾਂ ਲਾਉਣੀਆਂ, ਔਰ ਧੂਆਂ ਨਹੀਂ ਲੱਗੇ ਲੱਗਣ ਦੇਣਾ ਅੱਖਾਂ ਦੇ। ਠੀਕ ਆ, ਤੇ ਧੁੱਪ ਤੋਂ ਬਚਣਾ, ਤੇਜ਼ ਧੁੱਪ ਤੋਂ। ਅੰਦਰ ਜਿੱਦਾਂ ਮਰਜੀ ਰਹੋ,
ਪਾਣੀ ਨਹੀਂ ਅੱਖਾਂ ਦੇ ਵਿੱਚ ਮਾਰਨਾ, ਠੀਕ ਹੈ ਜੀ। ਅੱਖਾਂ ਦੇ ਵਿੱਚ ਪਾਣੀ ਨਹੀਂ ਮਾਰਨਾ। ਡਾਕਟਰ ਸਾਹਿਬ ਕਹਿੰਦੇ ਵੀ ਅੱਖਾਂ ਟਾਵਲ ਦੇ ਨਾਲ ਧੋ ਲੈਣੀਆਂ ਗਿੱਲਾ ਕਰਕੇ। ਇੱਕ ਜਾਂਦੇ ਨਹੀਂ ਅੱਖਾਂ 'ਚ ਪਾਣੀ ਮਾਰ ਲਿਆ ਕਿ ਟਾਵਲ ਨਾਲ ਸਾਫ਼ ਕਰਨ ਲੱਗ ਪਿਆ। ਤੇ ਡਾਕਟਰ ਸਾਹਿਬ ਕੋਲ ਅੱਖਾਂ ਦੇ ਵਿੱਚੋਂ ਪਾਣੀ ਪੈ ਗਿਆ, ਨਿਕਲਿਆ ਨਹੀਂ। ਫਿਰ ਜਾ ਕੇ 75-80 ਹਜ਼ਾਰ ਰੁਪਇਆ ਸਾਡਾ ਲੱਗਾ ਜਿਹਨਾਂ ਅੱਖ ਦੇ ਵਿੱਚੋਂ। 80-90 ਹਜ਼ਾਰ ਰੁਪਇਆ ਲੱਗਦਾ। ਡਾਕਟਰ ਸਾਹਿਬ ਇੰਨਾ ਹੀ ਲੱਗਾ ਨਾ ਉਹਨਾਂ ਦਾ। ਇੱਥੇ ਮੰਨਣ ਦਾ ਸੀ ਮਰੀਜ਼ ਤੁਹਾਡਾ। ਹਾਂਜੀ ਹਾਂਜੀ ਇਸ ਕਰਕੇ ਅੱਖਾਂ ਦੇ ਲਾਗੇ ਪਾਣੀ ਨਹੀਂ, ਉਹ ਸਾਫ਼ ਲੈ ਲਿਓ ਆਪਣਾ ਟਾਵਲ ਗਿੱਲਾ ਕਰਕੇ ਉਹ ਫੇਰ ਲੈਣਾ। ਠੀਕ ਹੈ 5-7 ਦਿਨ ਦੀ ਗੱਲ ਹੈ। ਉਸ ਤੋਂ ਬਾਅਦ ਜਿੱਦਾਂ ਮਰਜ਼ੀ ਨਾ ਆਇਓ ਗੜਵੀਏ ਦੇ ਨਾਲ ਚੁੱਪੀਆਂ ਮਾਰਿਓ। ਠੀਕ ਹੈ ਤੇ ਸੱਟ ਲੱਗਣ ਤੋਂ ਬਚਣਾ। ਪਸ਼ੂਆਂ ਦੇ ਲਾਗੇ ਨੇ ਜਿਹੜਾ ਕਈ ਵਾਰੀ ਪੂਛ ਮਾਰ ਦਿੰਦੇ, ਬੱਚੇ ਕਈ ਵਾਰੀ ਹੱਥ ਮਾਰ ਦਿੰਦੇ ਐਨਕਾਂ ਤੋਂ, ਤੇ ਉਹਨਾਂ ਤੋਂ ਦੂਰ ਰਹਿਣਾ। ਠੀਕ ਹੈ ਨਾ। 5-7 ਦਿਨ ਤੋਂ ਬਾਅਦ ਫਿਰ ਤੁਸੀਂ ਠੀਕ ਹੈ। ਮਰੀਜ਼ਾਂ ਨੇ ਆਪਣੀਆਂ ਅੱਖਾਂ ਦਾ ਮੁਆਇਨਾ ਡਾਕਟਰ ਦੇ ਦਿੱਤੇ ਸਮੇਂ ਅਨੁਸਾਰ ਕਰਵਾਉਣਾ। ਕਿੰਨੀ ਡੇਟ ਦਿੱਤੀ ਜੀ ਹੈ ਇਹਨਾਂ ਨੂੰ ਐਤਵਾਰ ਇੱਥੇ ਕੋਥੇ ਸੱਜਿਆ? ਐਤਵਾਰ ਨੂੰ ਉੱਥੇ ਹੀ ਇੱਥੇ ਨੂੰ ਸਿਲੈਕਟ ਕੀਤਾ ਨਾ ਆਪਣਾ ਪਾਰਕ ਦੇ ਵਿੱਚ। ਚੱਕੀ ਪਾਰਕ ਚੱਕਾਂ ਅਸੀਂ ਇਹਨਾਂ ਨੂੰ ਬਣਾਇਆ। ਬਹੁਤ ਵਧੀਆ ਛੱਪੜ ਸੀ ਉੱਥੇ। ਇਹਨਾਂ ਨੇ ਭਾਤੀ ਵਰਦੀ ਪਾ ਕੇ ਬਹੁਤ ਵਧੀਆ। ਦੇਖੋ ਉੱਥੇ ਤੁਹਾਡੀ ਜ਼ਿੰਦਗੀ ਮਿਲੀ, ਤੁਹਾਨੂੰ ਪਾਰਕ ਬਣਾਇਆ ਜ਼ਿੰਦਗੀ ਮਿਲੀ ਤੇ ਬਹੁਤ ਵਧੀਆ। ਇਹ ਸਾਰਿਆਂ ਨੇ ਨਾ 5-6 ਚੀਜ਼ਾਂ ਦੀ ਖਿਆਲ ਰੱਖਣਾ। ਇਸ ਤੋਂ ਬਾਅਦ ਤੁਸੀਂ ਦਵਾਈ ਉੱਥੋਂ ਤੁਹਾਨੂੰ ਮਿਲੇਗੀ। ਠੀਕ ਹੈ ਨਾ। ਉਹ ਵੀ ਤੁਸੀਂ ਦਵਾਈ ਖਿਆਲ ਨਾਲ ਪਾਉਣੀ ਆ। ਦਵਾਈ ਦਾ ਚੇਤਾ ਨਾ ਭੁੱਲੇ। ਰੋਟੀ ਚਾਹੇ ਖਾਓ ਨਾ ਖਾਓ, ਕਿਉਂਕਿ ਦਵਾਈ ਬਹੁਤ ਜ਼ਰੂਰੀ ਆ। ਤੇ ਸਾਰਿਆਂ ਨੇ ਦਵਾਈ ਟਾਈਮ ਨਾਲ ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਉਦਾਂ ਹੀ ਲੈਣੀ ਆ। ਤੇ ਉਹਦੇ ਅਨੁਸਾਰ ਤੁਸੀਂ 10-15 ਦਿਨ ਦੀ ਗੱਲ ਹੈ। ਉਸ ਤੋਂ ਬਾਅਦ ਤਾਂ ਮੌਜਾਂ ਹੀ ਮੌਜਾਂ। ਤੇ ਤੁਸੀਂ ਫਿਰ ਜਿੱਥੇ ਮਰਜ਼ੀ ਜਾਓ, ਆਓ ਜਾ ਕੇ ਨਾਨਕੀ ਛੱਕ ਲੈ ਕੇ ਜਾਓ, ਚਾਹੇ ਕੁਰਮ ਬਣ ਕੇ ਜਾਓ। ਬੀਬੀਆਂ ਫਿਰ ਉਹੀ ਗਾਣਾ ਗਾ ਦੇਣਾ, ਕੁਰਮ ਬੈਟਰੀ ਵਰਗਾ। ਬੈਟਰੀ ਵਰਗਾ ਤਦ ਹੀ ਹੋਗਾ ਜੇ ਸੋਹਣਾ ਸੁਰੱਖਾ ਸਾਰੀ ਆਪਣੀ ਕਾਰ ਸੰਭਾਲ ਕੇ ਰੱਖੂਗਾ ਤਾਂ ਹੈ। ਇਸ ਕਰਕੇ ਸੋਹਣੇ ਬਣ ਕੇ ਰਹਿਣਾ। ਆਪਾਂ ਮਹਾਰਾਜ ਦੇ ਬੱਚੇ ਆ, ਗੁਰੂ ਮਹਾਰਾਜ ਸਾਨੂੰ ਜ਼ਿੰਦਗੀ ਦਿੱਤੀ ਆ। ਉਹ ਆਪਾਂ ਬਚ ਗਏ ਸਾਰੇ। ਇੱਥੇ ਪਤਾ ਹੀ ਨਹੀਂ ਲੱਗਾ, ਕਿਸੇ ਨੂੰ ਮੂੰਹ ਦੇਖਣ ਦਾ ਸਮਾਂ ਨਹੀਂ ਮਿਲਿਆ। ਤੇ ਅੱਜ ਆਪਾਂ ਬਚੇ ਹੋਏ ਆ ਮਾਲਕ ਦੀ ਕਿਰਪਾ ਦੇ ਨਾਲ। ਧੰਨਵਾਦ ਕਰੀਏ ਉਹਦਾ ਜਿੰਨਾ ਚਿਰ ਮਾਲਕ ਨੇ ਜ਼ਿੰਦਗੀ ਦਿੱਤੀ ਆ। ਸਾਡੇ ਕੋਲ ਇੱਕ ਸੰਤ ਸੀਗੇ, ਉਹ ਡਾਕਟਰ ਸਾਹਿਬ ਨੂੰ ਅੱਖ ਚੈੱਕ ਕਰਾਉਣ ਆਏ। ਤੇ ਇਹਨੇ ਡਾਕਟਰ ਸਾਹਿਬ ਨੇ ਕਿਹਾ ਵੀ ਤੁਸੀਂ ਆਪਣਾ ਨਾ ਲੈਂਸ ਪਾ ਲਓ, ਤੁਹਾਡੀਆਂ ਅੱਖਾਂ ਬਣ ਗਈਆਂ ਤੇ ਤੁਸੀਂ ਅੱਖਾਂ ਤੁਹਾਡੀ ਨਜ਼ਰ ਵਧੀਆ ਆ ਜਾਊਗਾ। ਉਹ ਕਹਿੰਦੇ ਸਾਰੀ ਉਮਰ ਤਾਂ ਮੇਰੀ ਬੀਤ ਗਈ, ਹੁਣ ਮੈਂ ਕੀ ਕਰਨੀਆਂ ਅੱਖਾਂ। ਮੈਂ ਸਿਮਰਨ ਕੀਤਾ, ਬੰਦਗੀ ਕੀਤੀ। ਡਾਕਟਰ ਸਾਹਿਬ ਕਹਿੰਦੇ ਜਿੰਨਾ ਚਿਰ ਤੁਹਾਡੀ ਜ਼ਿੰਦਗੀ ਹੈ ਨਜ਼ਾਰਾ ਲਓ, ਆਪਾਂ ਆਨੰਦ ਲਈਏ ਮਹਾਰਾਜ ਦੀ। ਇਹ ਜੋ ਸਾਨੂੰ ਮਾਲਕ ਨੇ ਦਿੱਤੀ ਆ ਕਾਇਨਾਤ ਦਿੱਤੀ ਦਿਖਾਉਣ ਵਾਸਤੇ, ਬ੍ਰਹਿਮੰਡ ਦਿਖਾਇਆ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸੰਸਾਰ ਦਿਖਾਇਆ। ਚੰਗੀ ਤਰ੍ਹਾਂ ਦੇਖੋ। ਤੇ ਫਿਰ ਡਾਕਟਰ ਸਾਹਿਬ ਨੇ ਲੈਂਸ ਪਾਏ ਬਹੁਤ ਵਧੀਆ। ਤੇ ਮਾਲਕ ਦੀ ਕਿਰਪਾ ਦੇ ਨਾਲ ਇੱਥੇ 10-10 ਸਾਲ ਦੇ ਲੋਕਾਂ ਨੂੰ ਉਹਨਾਂ ਦੀ ਲਾਈਟ ਨਹੀਂ ਆਈ। 10 ਸਾਲ ਬਾਅਦ ਲਾਈਟ ਆਈ। ਤੇ ਜਿਸ ਵੇਲੇ ਉਹ ਇੱਕ ਅੱਖ ਬਣ ਕੇ ਬਾਹਰ ਨਿਕਲੇ ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਠੀਕ ਆ। ਉਹ ਕਹਿੰਦੇ ਜੀ ਦੂਜੀ ਅੱਖ ਕਦੋਂ ਬਣਾਉਣੀ ਹੈ? ਇਹ ਨਹੀਂ ਕਿਹਾ ਬਹੁਤ ਵਧੀਆ ਮੇਰੀ ਅੱਖ 'ਚ ਲਾਈਟ ਆ ਗਈ। ਉਹ ਕਹਿੰਦੇ ਦੂਜੀ ਅੱਖ ਕਦੋਂ ਬਣਾਉਣੀ ਆ? ਮੈਂ ਕਿਹਾ ਤੁਸੀਂ ਤੁਹਾਡੀ ਹੁਣ ਲਾਈਟ ਠੀਕ ਆ? ਕਹਿੰਦੇ ਠੀਕ ਆ। ਤੇ ਬਲੇਨੇ ਤੋਂ ਸੀਗੇ ਆਪਣੇ ਕਿਹੜਾ ਪਿੰਡ? ਢੱਡਿਆਂ ਤੋਂ ਸੀਗੇ। ਢੱਡੇ ਪਿੰਡ ਤੋਂ ਜੀ। ਢੱਡੇ ਪਿੰਡ ਤੋਂ ਸੀਗੇ। 10 ਸਾਲ ਬਾਅਦ ਉਹਨਾਂ ਦੇ ਅੱਖਾਂ 'ਚ ਲਾਈਟ ਆਈ ਆ। ਤਾਂ ਉਦਾਂ ਹੀ ਖੁਸ਼ੀ ਹੁੰਦੀ ਆ। ਤੇ ਮੈਂ ਤਾਂ ਦੇਖਣ ਗਿਆ, ਮੈਂ ਦੇਖਾਂ ਵੀ ਤੁਹਾਨੂੰ ਠੀਕ ਆ। ਕਹਿੰਦਾ ਮੈਂ ਤੁਹਾਨੂੰ ਦੇਖ ਲਿਆ ਤੇ ਮੈਨੂੰ ਬਹੁਤ ਖੁਸ਼ੀ ਹੋਈ ਆ, ਪਰ ਮੇਰੀ ਦੂਜੀ ਅੱਖ ਦੇ ਨਾਲ ਹੀ ਤਿਆਰ ਕਰਾ ਦਿਓ। ਅਸੀਂ ਫਿਰ ਉਹਦੇ ਨਾਲ ਕਰਾ ਕੇ ਇੱਥੇ ਆਪਣੇ ਕੋਲ ਰੱਖਿਆ ਉਹਨਾਂ ਨੂੰ 8 ਦਿਨ। ਦੂਜੀ ਅੱਖਾਂ ਤਿਆਰ ਕਰਾ ਕੇ ਉਹਨੂੰ ਚੰਗੀ ਤਰ੍ਹਾਂ ਜਦੋਂ ਤਸੱਲੀ ਹੋਈ, ਫਿਰ ਇੱਕ ਮਾਤਾ ਸੀਗੀ, ਡਾਕਟਰ ਸਾਹਿਬ ਕਹਿਣ ਲੱਗੇ ਵੀ ਇਹਨਾਂ ਦੀ ਨਜ਼ਰ ਆ ਜਾਣੀ ਆ ਤੇ ਇਹਦਾ ਆਪਰੇਸ਼ਨ ਕਰਾਓ। ਤੇ ਜਿਸ ਵੇਲੇ ਉਹ ਮੈਨੂੰ ਡਾਕਟਰ ਸਾਹਿਬ ਨੂੰ ਦੱਸਿਆ, ਮੈਂ ਉਹਨੂੰ ਕਿਹਾ, ਮੈਂ ਕਿਹਾ ਮਾਤਾ ਵੀ ਜੇ ਤੇਰੀਆਂ ਅੱਖਾਂ 'ਚ ਨਜ਼ਰ ਲਾਈਟ ਆ ਜਾਵੇ ਤੇ ਫਿਰ ਤੂੰ ਕੀ ਦੇਊਂਗੀ? ਕਹਿੰਦੇ ਮੈਂ ਤੁਹਾਨੂੰ ਸੂਟ ਦਊਂਗੀ। ਮੈਂ ਕਿਹਾ ਚੱਲ ਬਹੁਤ ਵਧੀਆ, ਤੇ ਚੱਲ ਸੂਟ ਹੀ ਦੇ ਦੇਈ। ਜਿਸ ਵੇਲੇ ਇੱਥੇ ਉਹਨੇ ਚੈੱਕ, ਹੁਣ ਜਿੱਦਾਂ ਤੁਸੀਂ ਬੈਠੇ ਆ, ਫਿਰ ਮਾਤਾ ਨੂੰ ਪੁੱਛਿਆ, ਮੈਂ ਕਿਹਾ ਸੂਟ ਕਹਿੰਦੀ ਘਰ ਜਾ ਕੇ ਦਊਂ, ਹੁਣ ਮੇਰੇ ਜੇਬ ਥੋੜੀ ਆ। ਬਹੁਤ ਵਧੀਆ। ਚਲੋ ਮੈਂ ਕਿਹਾ ਤੁਹਾਡੀ ਲਾਈਟ ਹੀ ਸਾਡਾ ਸੂਟ ਆ। ਠੀਕ ਹੈ ਨਾ। ਤੁਹਾਡੀ ਜ਼ਿੰਦਗੀ ਵਧੀਆ, ਉਹ ਹੀ ਸਾਡਾ ਸਾਰਾ ਕੁਝ ਆ। ਇਸ ਕਰਕੇ ਦੇਣ ਲੈਣ ਦੇ ਨਾਲ ਕੁਝ ਨਹੀਂ ਹੁੰਦਾ। ਆਪਾਂ ਨਹੀਂ ਦੇ ਸਕਦੇ, ਆਪਾਂ ਤਾਂ ਧੰਨਵਾਦ ਵੀ ਨਹੀਂ ਕਰ ਸਕਦੇ। ਇਸ ਕਰਕੇ ਤੁਸੀਂ ਸਾਰਿਆਂ ਨੇ ਧੰਨਵਾਦ ਕਰਨਾ, ਅਰਦਾਸ ਕਰਨੀ ਹੈ। ਇਹਨਾਂ ਦੀ ਜੋ ਦਾਨੀ ਸੱਜਣ ਤੁਹਾਡੇ ਵਿਸ਼ੇਸ਼ ਕਰਕੇ ਤੁਹਾਡੇ ਲਈ ਆਏ ਆ। ਤੇ ਮੇਰੇ ਪਿੰਡ ਦੇ ਇਲਾਕੇ ਦੇ ਲੋਕ ਜਿਹੜੇ ਆ, ਬੇਗਲ ਸਾਹਿਬ ਕਹਿੰਦੇ ਇਦਾਂ ਅੱਖਾਂ ਕਰਕੇ ਨਹੀਂ ਕੋਈ ਪਰੇਸ਼ਾਨ ਹੋਣਾ ਚਾਹੀਦਾ। ਇਸ ਕਰਕੇ ਉਹ ਬਹੁਤ ਸਾਡੇ ਵਿੱਚ ਆਏ ਆ। ਸੋਹ ਸਾਹਿਬ, ਡਾਕਟਰ ਸੋਹ ਸਾਹਿਬ, ਦੇਗਲ ਸਾਹਿਬ, ਅਸੀਂ ਇਹਨਾਂ ਦਾ ਧੰਨਵਾਦ ਕਰਦੇ। ਇਹਨਾਂ ਦੇ ਬੱਚਿਆਂ ਲਈ, ਕਾਰੋਬਾਰ ਲਈ ਤੁਸੀਂ ਅਰਦਾਸ ਕਰਨੀ ਆ ਕਿ ਜਿੰਨਾ ਕਾਰੋਬਾਰ ਵਧੂਗਾ ਉਹਨਾਂ ਤੁਹਾਡਾ ਹੋਰ ਇਲਾਜ ਵਧੀਆ ਹੋਏਗਾ। ਇਸ ਕਰਕੇ ਸਾਰਿਆਂ ਨੂੰ ਅੱਜ ਦੇ ਇਸ ਸਮੇਂ ਲਈ ਅਸੀਂ ਤੁਹਾਡੇ ਅਰਦਾਸ ਕਰਦੇ ਹਾਂ। ਸਾਡੇ ਸਟਾਫ ਦੇ ਕੋਲੋਂ ਕੁਝ ਬੋਲ ਹੋ ਗਿਆ ਹੋਵੇ ਜਾਂ ਕੋਈ ਗਲਤੀ ਹੋ ਗਈ ਹੋਵੇ ਤੇ ਸਕਿਨਾਂ ਦੇ ਜਾਚੇ ਗਿਆ। ਤੇ ਸਾਰਿਆਂ ਨੂੰ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ। ਹੁਣ ਤੁਸੀਂ ਲੰਗਰ ਛਕਣਾ ਤਿਆਰ, ਡੇਰੇ ਲੈ ਕੇ ਜਾਣਾ ਤੁਹਾਨੂੰ, ਉੱਥੇ ਮੱਥਾ ਟੇਕ ਕੇ ਮਹਾਰਾਜ ਦੇ ਆਸ਼ੀਰਵਾਦ ਲੈ ਕੇ ਲੰਗਰ ਤਿਆਰ ਆ। ਆਪਾਂ ਲੰਗਰ ਛਕ ਕੇ ਫੇਰ ਘਰਾਂ ਨੂੰ ਜਾਣਾ। ਠੀਕ ਆ। ਤੇ ਆਪਣੀ ਦਵਾਈ ਦਾ ਖਿਆਲ ਰੱਖਣਾ, ਬਾਕੀ ਸਾਰਾ ਕੁਝ ਭੁਲਾ ਦਿਓ। ਠੀਕ ਹੈ ਨਾ। ਜਦੋਂ
ਵਿਆਹ ਦੇ ਦਿਨ ਵੱਜ ਜਾਣ ਨਾ ਫਿਰ ਬੰਦੇ ਉਹ ਕਹਿੰਦੇ ਕੁੜੀ ਨੂੰ ਘਰੇ ਹੀ ਰੱਖਣਾ, ਜਾਣ ਨਹੀਂ ਦੇਣਾ, ਮੁੰਡੇ ਨੂੰ ਵੀ ਘਰੇ ਹੀ ਰੱਖਣਾ, ਕਿਉਂਕਿ ਕਿਤੇ ਫਿਰ ਹੋਰ ਉਹਦੇ ਲਈ ਤਾਂ ਸਾਰਾ ਕੁਝ ਕਰਦੇ ਆ। ਉਹਦੇ ਫਰੈਂਡ ਨਾਲ ਲੈ ਕੇ ਕਹਿੰਦਾ ਚਲੋ ਮੇਰਾ ਪਾਰਟੀ ਕਰਨ ਚੱਲੀਏ ਸ਼ਿਮਲੇ, ਤੇ ਫਿਰ ਘਰ ਦੇ ਕੀ ਕਰਨਗੇ। ਇਸ ਕਰਕੇ ਤੁਸੀਂ ਆਪਣਾ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਤੇ ਆਓ ਹੁਣ ਖੜੇ ਹੋ ਜਾਓ ਇੱਥੇ ਜਿੱਥੇ ਹੈਗੇ ਆ ਕਾਰਡ ਲੈ ਕੇ ਉੱਤੇ ਖੜੇ ਹੋ ਜਾਓ, ਖੜੇ ਹੋ ਜਾਓ ਇੱਥੇ ਸਾਰੇ ਇੱਥੇ ਖੜੇ ਹੋ। ਆਹ ਕਾਰਡ ਕਿਹਦਾ ਦਾ? ਕਾਰਡ ਨਾ ਤਾਂ ਛੱਡ ਕੇ ਜਾਓ। ਜੇ ਗਲਤੀ ਕੀਤੀ ਆ ਡੰਡਾ ਦੇਖ ਲਓ, ਜੇ ਗਲਤੀ ਕੀਤੀ ਆ ਡੰਡਾ ਦੇਖ ਲਓ, ਇਹ ਕੋਈ ਬਣੂਗਾ। ਬਾਬਾ ਜੀ ਫਿਰ ਤੁਸੀਂ ਮਾਰਦੇ ਨਾ ਕੋਈ ਘੜੀਆਂ ਵੱਜਣੀਆਂ ਦਿਖਾਉਣ ਵਾਸਤੇ ਮਾਰ। ਆਜੋ ਜੀ ਆਜੋ 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 ਸਾਰੇ ਇੱਥੇ ਲੱਗ ਗਿਆ। ਜਿਹਦੇ ਰੱਬ ਨੂੰ ਇਦਾਂ ਦੇ ਬਣਾਏ ਆ ਹੈ। ਮਹਾਰਾਜ ਜਕਾਰਾ ਲਾ ਦਿਓ। ਹਾਂਜੀ ਬੋਲੇ ਸੋ ਨਿਹਾਲ। ਵਿਆਹ ਤੇ ਪੁੱਤ ਇੱਕ ਦਿਹਾੜੀ ਦੋ ਦਿਹਾੜੀ ਨੇ ਬੜੀ ਅੰਦਗਾ ਇਹ ਨਹੀਂ ਨਿਬੜਦਾ। ਆ ਜਿਹੜਾ ਸਾਰੀ ਉਮਰ ਦਾ ਲਓ ਮਹਾਰਾਜ ਜਕਾਰਾ ਲਾ। ਠੀਕ ਹੈ ਹਾਂਜੀ ਇੱਕ ਜਕਾਰਾ ਲਾ ਦਿਓ। ਬੋਲੇ ਸੋ ਨਿਹਾਲ। ਠੀਕ ਹੈ ਜੀ। ਇਸੇ ਤਰ੍ਹਾਂ ਮਾਲਕ ਦੀ ਖੁਸ਼ੀ ਲਓ, ਸਾਰਿਆਂ ਨੂੰ ਸਿਮਰਨ ਕਰਨਾ, ਘਰ ਜਾ ਕੇ ਅਰਦਾਸ ਕਰਨੀ ਸਾਰਿਆਂ ਲਈ। ਠੀਕ ਆ, ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ, ਦੇਸ਼ਾਂ ਵਿਦੇਸ਼ਾਂ ਤੋਂ। ਇੱਕ ਮਿੰਟ ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਅੱਜ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪੀਟਲ ਪਿੰਡ ਰਾਏਪੁਰ ਸੂਰਪੁਰ ਜਲੰਧਰ ਪੰਜਾਬ ਦੇ ਵਿੱਚ ਜੋ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜਿਤਨੇ ਵੀ ਇਸ ਹਸਪੀਟਲ ਵਿੱਚ ਅੱਖਾਂ ਦੇ ਕਰਕੇ ਮਹਾਰਾਜ ਕਹਿੰਦੇ ਰੋਗੀ ਕਾ ਪ੍ਰਭ ਖੰਡੋ ਰੋਗ ਦੁਖੀਏ ਕਾ ਮਟਾਵੋ ਪ੍ਰਭ ਸੋਗ। तो पातशाह जी ने कृपा की है, सेवक को सेवा बनाई, हुक्म बूझ परमगत पाई। साढ़े बहुत ही सत्कारयोग अपने सरदार सुच्चा सिंह जी बेगल, बीबी अमर कौर, डॉक्टर जसवंत सिंह जी सोहल, बीबी प्रकाश कौर, प्रकाश ही लैके आए बीबी प्रकाश कौर सारिਆਂ वास्ते। तो असी इन्हां दा धन्नवाद करते हैं। और जिन्हें जितों भी तुसी संगतां इन्हां से कैंप का लाभ उठाया, क्योंकि ये कैंप सरदार बचिंद सिंह माता प्रशन्न कौर जी के नाम से उन्हां दी याद विच ਚੱਕ ਖੁਰਦ ਵਿਖੇ ਕੈਂਪ ਲੱਗਾ ਸੀ। ਤੇ ਉਹਨਾਂ ਦੇ ਮਰੀਜ਼ ਇੱਥੇ ਜੋ ਉਹਨਾਂ ਦਾ ਟ੍ਰੀਟਮੈਂਟ ਕੀਤਾ ਗਿਆ, ਵਧੀਆ ਲੈਂਸ ਪਾਏ ਗਏ ਆ ਔਰ ਬਿਨਾਂ ਟਾਂਕੇ ਤੋਂ ਸਾਰੀ ਮੈਡੀਕਲ ਕਰਕੇ ਦਵਾਈ ਦਿੱਤੀ ਗਈ ਆ ਸਾਰਿਆਂ ਨੂੰ। ਤੇ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸਾਰਿਆਂ ਲਈ ਅਰਦਾਸ ਵੀ ਕਰਦੇ ਆ ਔਰ ਉਹਨਾਂ ਦਾਨੀ ਸੱਜਣਾਂ ਲਈ ਵੀ ਅਰਦਾਸ ਕਰਦੇ ਆ ਜਿਨ੍ਹਾਂ ਨੇ ਆਪਣੀਆਂ ਕਿਰਤ ਕਮਾਈਆਂ ਵਿੱਚੋਂ ਇਸ ਕੈਂਪ ਦੇ ਵਿੱਚ ਮਾਇਆ ਦਾਨ ਕੀਤੀ ਆ। ਤੇ ਮਾਇਆ ਤੁਹਾਡੇ ਸਾਹਮਣੇ ਆ, ਜਿਨ੍ਹਾਂ ਨੇ ਕੈਂਪਾਂ ਦੇ ਵਿੱਚੋਂ ਲਾਭ ਉਠਾਇਆ। ਅਸੀਂ ਉਹਨਾਂ ਲਈ ਅਰਦਾਸ ਕਰਦੇ ਆ। ਔਰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ, यूरोप के विच, इंग्लैंड च, अमेरिका, कनेडा, साढ़े भाई साहब इंग्लैंड तो आए आ, तो विशेष करके रोशन जी हॉलैंड तो आए आ। तो सारे ही उन्हों का असीं धन्नवाद करते हैं, इस कैंप के विच हाज़र होए आ। और होर भी सारे NRI लोग इस कारज विच शामिल होए आ। असीं सारिਆਂ ਦਾ ਧੰਨਵਾਦ ਕਰਦੇ ਹਾਂ। और जिथे उन्हों का धन्नवाद करते उत्थे असीं मीडिया का धन्नवाद करते हैं। महिंद्रा स्टूडियो, बाबे जोड़े चैनल, सारिਆਂ ਦਾ ਅਸੀਂ ਧੰਨਵਾਦ ਕਰਦੇ ਹਾਂ। गुरु पातशाह जिथे तक साडी आवाज़ सुनती होवे तो इस कैंप के विच, क्योंकि अजे कैंप चल रहा और साल ਦੇ ਵਿੱਚ 4-5 ਕੈਂਪ ਲੱਗਦੇ ਆ, तो ਜਿਹੜੇ ਇਹਨਾਂ ਦੇ ਇਸ ਕੈਂਪ ਦੇ ਵਿੱਚ ਨਹੀਂ ਹਾਜ਼ਰ ਹੋ ਸਕੇ तो ਅਗਲੇ ਕੈਂਪਾਂ ਦੇ ਵਿੱਚ ਉਹਨਾਂ ਨੂੰ ਹਾਜ਼ਰ ਕੀਤਾ ਜਾਏਗਾ, ਉਹਨਾਂ ਦੀ ਸੇਵਾ ਸੰਭਾਲ ਕੀਤੀ ਜਾਏਗੀ। तो ਸਾਰੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਹੋਈਆਂ, ਅਸੀਂ ਉਹਨਾਂ ਦਾ ਕੋਟਨ-ਕੋਟ ਧੰਨਵਾਦ ਕਰਦੇ ਹਾਂ। ਔਰ ਮਹਾਰਾਜ ਦੇ ਚਰਨਾਂ 'ਚ ਫਿਰ ਅਰਦਾਸ ਕਰਦੇ ਹਾਂ ਕਿ ਜਿਨ੍ਹਾਂ ਦੀਆਂ ਕਿਰਤ ਕਮਾਈਆਂ ਵਿੱਚੋਂ ਇਸ ਕੈਂਪ ਦੇ ਵਿੱਚ ਮਾਇਆ ਲੱਗੀ ਆ, ਜਿਨ੍ਹਾਂ ਬੱਚਿਆਂ ਨੇ ਆਪਣਾ ਖਰਚਾ ਰੋਕ ਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਆਪਣੀ ਮਾਇਆ ਭੇਟ ਕੀਤੀ ਆ, ਉਹ ਤੁਹਾਡੇ ਸਾਹਮਣੇ सरदार सुच्चा सिंह जी बेगल अपने हत्थां दे नाल, डॉक्टर जसवंत सिंह सोहल, सारा परिवार सहित विशेष करके इस कारज लिए आए आ। तो असीं सारिਆਂ ਦਾ ਧੰਨਵਾਦ ਕਰਦੇ ਹਾਂ। और जिथे इन्हां दा धन्नवाद करते हैं उत्थे मालक का भी कोटन कोट धन्नवाद करते हैं। रोगी का प्रभ खंडो रोग, दुखी का मटावो प्रभ सोग, नेत्र प्रकाशिया गुरदेव। गुरु पातशाह तेरी किरपा दे नाल ही सारा प्रकाश हुंदा आ, तेरी किरपा दे नाल सारा कुछ हो रहा। सो किरपा करो सारिਆਂ ਦੇ ਸੀਸ ते सेवक सिख सभे करतारा, सुखी वसे मोरो परिवारा। साढ़े परिवार सारे सुखी रहन। और पंजाब की धरती से जितनियां संगतां मालक की किरपा के नाल लाभ उठा रही, असी सारिਆਂ ਦਾ ਧੰਨਵਾਦ करते हैं। और ये भी बेनती करते हैं कि जिन्होंने ये बीमारी आ, जिन्हों के करके नज़र करके जोड़े अपने वीक है, कमज़ोर आ, वो इस कैंप के विच आके अपना पूरा पूरा लाभ उठा सकते हैं बिना संकोच किसी के। कई नहीं कि सिफारिश के नाल किसी की सिफारिश उस मालक की करो तो मालक साढ़े डॉक्टर साहबां ते, और जिथे सारिਆਂ ਦਾ ਧੰਨਵਾਦ ਕਰਦੇ उत्थे डॉक्टर साहबां ਦਾ भी करते, क्योंकि डॉक्टर साहब की बहुत बड़ी जिम्मेवारी आ। और एक सेकंड भी किते अनगहली हो जाए तो सारी जिंदगी पछताउणा पै जांदा। तो बड़े वधिया तरीके दे नाल
ਆਪਣੇ ਡਾਕਟਰ ਔਜਲਾ ਜੀ, ਮਨਜੀਤ ਸੂਦ ਜੀ ਔਰ ਸਾਡੇ ਵਿੱਚ ਰਮਨ ਜੀ, ਬਹੁਤ ਸਾਡੇ ਕੀ ਨਾਮ ਇਹਨੂੰ ਭੁੱਲ ਗਿਆ, ਸੀਤਲ ਜੀ ਅਮਰੀਕਾ ਤੋਂ ਆਏ ਆ, ਬੀਬੀ ਜੀ ਨਾਲ ਆਏ ਆ ਤੇ ਸਾਰੇ ਇਸ ਕਾਰਜ ਵਿੱਚ ਸ਼ਾਮਲ ਹੋਏ ਆ। ਸਾਰਿਆਂ ਦਾ ਅਸੀਂ ਧੰਨਵਾਦ ਕਰਦੇ, ਵਿਸ਼ੇਸ਼ ਕਰਕੇ ਅਮਰੀਕਾ ਤੋਂ ਆਏ ਆ ਸੀਤਲ ਜੀ, ਹੀਰਾ ਜੀ, ਤੋ ਬੀਬੀ ਜੀ ਵੀ ਨਾਲ, ਮੇਰੇ ਖਿਆਲ ਡੇਰੇ ਹੀ ਉੱਥੇ ਹਾਂ। ਤੋ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਇੱਥੇ ਖਿਮਾ ਜਾ ਚੁੱਕੇ ਹਾਂ ਔਰ ਸੰਗਤ ਨੂੰ ਬੇਨਤੀ ਕਰਾਂਗੇ, ਸਾਰੀ ਸੰਗਤ ਡੇਰੇ ਜਾ ਕੇ ਮਹਾਰਾਜ ਦਾ ਧੰਨਵਾਦ ਕਰਕੇ, ਨਮਸਕਾਰ ਕਰਕੇ, ਲੰਗਰ ਛਕ ਕੇ ਫੇਰ ਘਰਾਂ ਨੂੰ ਜਾਂਦੇ ਪਾਉਣੇ ਆ। ਧੰਨਵਾਦ ਜੀ ਸਾਰਿਆਂ ਦਾ। ਬੋਲੇ ਸੋ ਨਿਹਾਲ। ਬੜੇ ਪਿਆਰ ਨਾਲ ਹੌਲੇ ਹੌਲੇ ਆਪਾਂ ਡਿਊਟੀ 'ਚ ਬੈਠਣਾ। ਇੰਤਜ਼ਾਰ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਫੇਰੇ ਆਓ ਮੇਰਾ ਕੱਲ ਤੱਕ ਨਹੀਂ ਹੋ ਜਾਣਾ, ਸਾਫ ਹੋ ਜਾਣਾ। ਮਾੜ ਜੀ ਲਾਲੀ ਆ ਹੋ ਜਾਂਦੀ ਕਈ ਵਾਰੀ। ਸ਼ੂਗਰ ਦਾ ਨਹੀਂ ਕੁਛ ਨਹੀਂ, ਸ਼ੂਗਰ ਦਾ ਨਹੀਂ ਹੋ ਗਿਆ। ਮੈਂ ਕੱਲ ਸ਼ਾਮ ਤੱਕ ਵੀ ਦਵਾਈ ਪਾਈ ਆ, ਅੱਧੇ ਘੰਟੇ ਬਾਅਦ ਤੇ ਜੇ ਕੋਈ ਹੋਰ ਪ੍ਰੋਬਲਮ ਹੈ ਤਾਂ ਅਸੀਂ ਨਾਲ ਮਾਤਾ ਕੀ ਨਾਂ ਤੁਹਾਡਾ ਹੈ? ਕਿ ਪਿੰਡ ਕਿਹੜਾ? ਸਿਆਣੀਵਾਲ। ਨਕੋਦਰ ਦੇ ਕੋਲ। ਠੀਕ ਹੈ। ਤੁਹਾਡੀ ਇੱਕੋ ਅੱਖ ਸੀਗੀ? ਇੱਕੋ ਜੀ ਨਹੀਂ, ਦੋ ਹੀ ਸਿੰਘਾਂ ਖਰਾਬ ਹੋ ਗਈ ਸੀ, ਪੁੱਤ ਬਿਮਾਰ। ਨਾ ਹੁਣ ਇੱਕੋ ਹੀ ਸੀ ਨਾ? ਹਾਂ ਹੁਣ ਇੱਕੋ ਉਹ ਕੱਲ ਬਣਾਈ ਜਿਹੜੀ ਵਧੀਆ ਹੁਣ ਲਾਈਟ ਆ ਸਾਡੀ? ਹਾਂਜੀ ਹੁਣ ਹੋ ਜੂਗੀ ਲਾਈਟ ਹੋਈ। ਠੀਕ ਹੈ। ਇਸ ਮਾਤਾ ਦਾ ਇਹਨਾਂ ਦੀ ਇੱਕੋ ਹੀ ਅੱਖ ਸੀਗੀ ਤੇ ਲੈਂਸ ਦੂਸਰਾ ਕਿਹੜਾ ਪਾਇਆ ਗਿਆ? ਫੋਲਡੇਬਲ। ਹਾਂ ਦੱਸਿਓ ਬਾੜਾ ਜੀ ਉਹਨਾਂ ਨੂੰ। ਹਾਂਜੀ, ਇਹ ਮਾਤਾ ਜੀ ਦੀ ਨਾ ਇੱਕੋ ਹੀ ਅੱਖ ਸੀ, ਪਤਾ ਨਹੀਂ ਕਿਸੇ ਜਾਂ ਤੇ ਪੁਰਾਣੀ ਪਹਿਲਾਂ ਸੱਟ ਲੱਗਣ ਨਾਲ ਪਹਿਲੀ ਅੱਖ ਖਰਾਬ ਹੋ ਗਈ ਸੀ। ਫਿਰ ਦੂਸਰੀ ਅੱਖ ਦੇ ਵਿੱਚ ਅਸੀਂ ਦੇਖਿਆ ਕਿ ਜੇਕਰ ਉਸ ਦੇ ਉੱਤੇ ਵੀ ਅਸੀਂ ਇਦਾਂ ਕਰ ਦਿੱਤਾ ਤੇ ਫਿਰ ਦੋਨਾਂ ਅੱਖਾਂ ਦੇ ਵਿੱਚ ਇਹਨਾਂ ਦਾ ਖਰਾਬ ਹੋ ਜਾਣਾ ਕੰਮ। ਫਿਰ ਬਾਬਾ ਜੀ ਨੇ ਇਹਨਾਂ ਨੂੰ ਕਿਹਾ ਸੀ ਕਿ ਵੀ ਇਹਨਾਂ ਦੇ ਵਿੱਚ ਅੱਖਾਂ ਦੇ ਵਿੱਚ ਵਧੀਆ ਲੈਂਸ ਪਾਇਆ ਜਾਏਗਾ। ਫਿਰ ਇਹਨਾਂ ਦੀ ਅੱਖ ਦੇ ਵਿੱਚ ਅਸੀਂ ਬਿਨਾਂ ਟੀਕਾ, ਬਿਨਾਂ ਟਾਂਕਾ, ਬਿਨਾਂ ਪੱਟੀ, ਲੇਜ਼ਰ ਨਾਲ ਆਪਰੇਸ਼ਨ ਕਰਕੇ ਤੇ ਵਧੀਆ ਤਰੀਕੇ ਦਾ ਫੋਲਡੇਬਲ ਲੈਂਸ ਪਾਇਆ ਗਿਆ ਇਹਨਾਂ ਦੀ ਅੱਖ ਦੇ ਵਿੱਚ। ਤੇ 1-2 ਦਿਨ ਦੇ ਵਿੱਚ ਬਿਲਕੁਲ ਇਹਨਾਂ ਦਾ ਸਹੀ ਹੋ ਜਾਏਗਾ, ਦੂਰ ਤੱਕ ਦਿਖਣਾ ਸ਼ੁਰੂ ਹੋ ਜਾਏਗਾ ਇਹਨਾਂ ਨੂੰ। ਠੀਕ ਹੈ ਮਾਤਾ ਜੀ? ਹਾਂ ਠੀਕ। ਤੇ ਇਹਨਾਂ ਦੀ ਪੇਸ਼ੈਂਸ, ਇਹਨਾਂ ਦੀ ਵੀ ਉਮਰ ਬਹੁਤ ਜ਼ਿਆਦਾ ਘੱਟ ਸੀ। ਇਹ ਸ਼ੈਲੀ ਜੀ ਤੇ ਇਹਨਾਂ ਦੀ ਵੀ ਅੱਖ ਦੇ ਵਿੱਚ ਮੋਤੀਆ ਸੀ, ਚਿੱਟਾ ਮੋਤੀਆ ਸੀ ਤੇ ਬਾਬਾ ਜੀ ਨੇ ਕਿਹਾ ਸੀ ਕਿ ਇਹਨਾਂ ਦੀ ਵੀ ਉਮਰ ਬਹੁਤ ਜ਼ਿਆਦਾ ਘੱਟ ਹੈਗੀ ਹੈ ਤੇ ਇਹਨਾਂ ਦੇ ਵੀ ਲੈਂਸ ਥੋੜਾ ਵਧੀਆ ਤਰੀਕੇ ਦਾ ਪਾਉਣਾ ਚਾਹੀਦਾ, ਥੋੜਾ ਉੱਪਰ ਵਾਲਾ ਲੇਜ਼ਰ ਵਾਲਾ ਆਪਰੇਸ਼ਨ ਕੀਤਾ ਜਾਏ। ਤੇ ਫਿਰ ਇਹਨਾਂ ਦੇ ਕਰਕੇ ਅਸੀਂ ਫਿਰ ਕੱਲ ਇਹਨਾਂ ਦੇ ਮਸ਼ੀਨ ਅਸੀਂ ਵਧੀਆ ਵਾਲੀ ਲੈ ਕੇ ਆਏ ਤੇ ਇਹਨਾਂ ਦੇ ਲੈਂਸ ਜਿਹੜਾ ਹੈਗਾ ਫੋਲਡੇਬਲ ਤਰੀਕੇ ਦਾ ਲੈਂਸ ਪਾਇਆ ਗਿਆ ਤੇ ਇਹਨਾਂ ਦੀ ਪੱਟੀ ਵੀ ਨਹੀਂ ਬਿਲਕੁਲ ਕੀਤੀ ਗਈ, ਉਸੇ ਟਾਈਮ ਹੀ ਇਹਨਾਂ ਨੂੰ ਦਿਖਣਾ ਸ਼ੁਰੂ ਹੋ ਗਿਆ ਤੇ ਅੱਜ ਇਹ ਆਪਣੇ ਆਪ ਸਾਰਾ ਕੁਝ ਆਪਣਾ ਕੰਮ ਕਰ ਸਕਦੇ ਨੇ ਤੇ ਆਪਣਾ ਦੱਸ ਸਕਦੇ ਹੋ ਤੁਸੀਂ ਹੁਣ ਕਿਸ ਤਰ੍ਹਾਂ ਕੋਈ ਤਕਲੀਫ ਵਗੈਰਾ ਜਾਂ? ਨਹੀਂ ਮੈਨੂੰ ਕੋਈ ਤਕਲੀਫ ਨਹੀਂ ਹੈਗੀ। ਪਹਿਲਾਂ ਮੇਰੇ ਮਤਲਬ ਕਿ ਬਹੁਤ ਧੁੰਦਲਾ ਜਿਹਾ ਦਿਖਾਈ ਦਿੰਦਾ ਸੀ, ਹੁਣ ਸਵੇਰੇ ਉੱਠੀ ਤਾਂ ਹੁਣ ਰੋਸ਼ਨੀ ਸਾਰੇ ਪਾਸੇ ਹੈਗੀ ਹੈ। ਬਹੁਤ ਖੁਸ਼ੀ ਹੋਈ ਬਸ ਹਾਂਜੀ, ਬਹੁਤ ਖੁਸ਼ੀ ਹੋਈ ਹੈ। ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ। ਨਾਮ ਦੱਸੋ, ਪਿੰਡ ਦੱਸੋ। ਨਾਮ ਸ਼ੈਲੀ ਰਾਣੀ ਵਰਮਾ। ਕਿੱਥੋਂ? ਜਲੰਧਰ ਤੋਂ? ਹਾਂਜੀ ਜਲੰਧਰ ਸ਼ਹਿਰ ਇਹ ਤੋਂ। ਤੁਸੀਂ ਧੰਨਵਾਦ ਕਰੋ ਡਾਕਟਰ ਆਕਸਫੋਰਡ ਵਾਲਿਆਂ ਦਾ, ਉਹਨਾਂ ਨੇ ਕਿਰਪਾ ਕਰਕੇ ਸਾਡੇ ਕੋਲ ਤੁਹਾਨੂੰ ਸੇਵਾ ਦਿੱਤੀ ਆ ਤੇ ਤੁਹਾਡੀ ਸੇਵਾ ਸਾਨੂੰ ਮਿਲੀ ਆ। ਅਸੀਂ ਬਹੁਤ ਖੁਸ਼ ਆ, ਮਾਲਕ ਦੀ ਬੜੀ ਕਿਰਪਾ ਹੋਈ ਆ। ਧੰਨਵਾਦ ਕਰਦੇ ਤੁਹਾਡਾ। ਤੇ ਮਾਲਕ ਬਖਸ਼ਿਸ਼ ਕਰੇ ਤੁਹਾਡੀ ਨਜ਼ਰ ਹੋਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਤਾਂ ਮਾਲਕ ਕਿਰਪਾ ਕਰੇ। ਤਾਂ ਆਪਣੇ ਇੱਕ ਵਾਰੀ ਨਾਂ ਦੱਸਿਓ ਤਾਂ ਆਪਣਾ ਜਲੰਧਰ ਤੋਂ ਜਿੱਥੋਂ ਤੁਸੀਂ ਸ਼ੈਲੀ ਰਾਣੀ ਵਰਮਾ। ਹਾਂ ਪਿੰਡ ਦਾ ਦੱਸਿਓ ਆਪਣਾ। ਜਲੰਧਰ ਸ਼ਹਿਰ ਬਸਤੀ ਸ਼ੇਖ। ਕੋਈ ਸ਼ਿਕਾਇਤ ਤਾਂ ਨਹੀਂ ਤੁਹਾਨੂੰ? ਤੁਹਾਡੀ ਅੱਖ ਕੋਈ ਨਹੀਂ, ਵਧੀਆ ਲਾਈਟ ਆਈ ਆ, ਦਿਨ ਚੜ ਗਿਆ, ਸੂਰਜ ਚੜ ਗਿਆ ਵਧੀਆ ਸਾਡੀ ਜ਼ਿੰਦਗੀ ਦੇ ਵਿੱਚ। ਬਹੁਤ ਬਹੁਤ ਖੁਸ਼ੀ। ਅਸੀਂ ਧੰਨਵਾਦ ਕਰਦੇ ਡਾਕਟਰ ਸਾਹਿਬ ਦਾ, ਡਾਕਟਰ ਗਿੱਲ ਸਾਹਿਬ ਦਾ, ਜਿਨ੍ਹਾਂ ਨੇ ਸਾਡੇ ਕੋਲ ਇਹ ਸੇਵਾ ਲਈ ਆ ਤੇ ਅਸੀਂ ਅੱਗੇ ਲਈ ਅਰਦਾਸ ਕਰਦੇ ਆ। ਸਾਡੇ ਭਾਈ ਸਾਹਿਬ ਆਏ ਸੀ, ਅਸੀਂ ਇਹਨਾਂ ਨੂੰ ਕਿੰਨੇ ਦਿਨਾਂ ਤੋਂ ਆਏ ਇੱਧਰ। ਇਹ ਤੁਸੀਂ ਇਹਨਾਂ ਦੇ ਨਾਲ ਆਪਣੇ ਇਹਨੂੰ ਦੱਸਿਓ ਕੀ ਤੁਹਾਡੇ ਲੱਗਦੇ ਆ? ਹਾਂਜੀ ਮੇਰੀ ਵਾਈਫ ਹੈ ਜੀ। ਡਾਕਟਰ ਗੁਰਬਰੀਕ ਗਿੱਲ ਜੀ ਨੇ ਸਾਨੂੰ ਇੱਧਰ ਭੇਜਿਆ ਸੀਗਾ ਬਾਬਾ ਜੀ ਕੋ। ਬਹੁਤ ਵਧੀਆ ਬਾਬਾ ਜੀ ਨੇ ਸਾਡਾ ਆਪਰੇਸ਼ਨ ਕਰਾਇਆ
पोर्टेबल कराया, कोई टक नहीं, कोई कुछ नहीं, कोई सेवा नहीं। ਉਸੇ ਵੇਲੇ ਲਾਈਟ ਆ ਗਈ। ਉਸੇ ਵੇਲੇ ਲਾਈਟ ਆ ਗਈ, ਬਿਲਕੁਲ ਐ ਸਹੀ ਨਜ਼ਰ ਆਉਂਦਾ, ਚਿੱਟਾ ਮੋਤੀਆ ਸੀਗਾ। ਆਪਾਂ ਡਾਕਟਰ ਸਾਹਿਬ ਦਾ, ਗੁਰਬੀਰ ਗਿੱਲ ਜੀ ਦਾ ਤੇ ਸੱਜਣਾ ਦਾ ਜਿਨ੍ਹਾਂ ਨੇ ਵੇਗਲ ਸਾਹਿਬ ਦਾ, ਸੋਹਲ ਜੀ ਵੇਗਲ ਸਾਹਿਬ ਦਾ, ਜਿਨ੍ਹਾਂ ਨੇ ਕਿਰਪਾ ਕਰਕੇ ਸਮਾਂ ਤੇ ਬਾਬਾ ਜੀ ਦਾ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ। ਡਾਕਟਰ ਸਾਹਿਬ ਦਿਓ ਕਰੋ ਬਈ ਇਹਨਾਂ ਦੀ ਹਾਂ ਇਹ ਇੱਕ 3 ਸਾਲ ਤੋਂ ਇਹਨਾਂ ਦੀ ਲਾਈਟ ਕਹਿੰਦੇ ਸੀ ਅੱਖ ਦੱਸੋ ਜੀ ਕਿੰਨਾ ਚਿਰ ਤੁਹਾਡੇ ਖਰਾਬ ਸੀ? ਮੇਰੀ ਅੱਖ 3 ਸਾਲਾਂ ਤੋਂ ਖਰਾਬ ਸੀ, ਜਿਹੜੀ ਬਾਬਾ ਜੀ ਦੀ ਕਿਰਪਾ ਨਾਲ ਹੁਣ ਬਿਲਕੁਲ ਸਹੀ ਹੋ ਗਈ ਆ। ਰਾਤੀ ਜਦੋਂ ਆਪਰੇਸ਼ਨ ਕੀਤਾ ਤਾਂ ਮੈਨੂੰ ਬਹੁਤ ਹੀ ਵਧੀਆ ਲੱਗਾ। ਜਦੋਂ ਮੈਂ ਸਵੇਰੇ ਉੱਠਿਆ ਤਾਂ ਮੈਂ ਘਰਦਿਆਂ ਨੂੰ ਕਿਹਾ ਮੈਨੂੰ ਕੁਛ ਲਾਈਟ ਸੈੱਟ ਹੋ ਗਿਆ ਕੰਮ। ਮੈਂ ਕਿਹਾ ਮੈਂ ਜ਼ਰੂਰ ਮੱਥਾ ਟੇਕ ਆਊਂਗਾ, ਨਾਲੇ ਬਾਬਾ ਜੀ ਦੀ ਕਿਰਪਾ ਹੋ ਗਈ। ਸ਼ੁਕਰ ਆ, ਧੰਨਵਾਦ ਕਰੋ ਕਿ ਸਾਡੀ ਵੀ ਜਾਨ ਸੌਖੀ ਹੋ ਵੇਗਲ ਸਾਹਿਬ ਦਾ ਗਈ। ਧੰਨਵਾਦ ਕਰੋ, ਸਭ ਦਾ ਧੰਨਵਾਦ ਕਰਦੇ ਆ ਜੀ। ਧੰਨਵਾਦ ਕਰੋ ਜਿਨ੍ਹਾਂ ਨੇ ਤੁਹਾਡੇ ਚਰਨ ਆਪਣੇ ਧੋਕੇ ਇੰਨਾ ਕਿਵੇਂ ਖਰਚ ਜੀ? ਕਰਕੇ ਸੇਵਾ ਕਰਕੇ ਡਾਕਟਰਾਂ ਦਾ ਧੰਨਵਾਦ ਕਰਦੇ ਆ ਜੀ, ਇੰਦਰ ਪਹਿਲਾਂ ਜੀ, ਦਿੱਤਾ ਹੀ ਦੇ ਨਹੀਂ ਸਕਦੇ। ਆ ਪਿੱਛੇ ਤੋਂ ਤੋ ਸਾਰਿਆਂ ਦਾ ਲੈ ਕੇ ਅਸੀਂ ਵਿਸ਼ੇਸ਼ ਕਰਕੇ ਧੰਨਵਾਦ ਕਰਦੇ ਹਾਂ ਵੇਗਲ ਸਾਹਿਬ ਦਾ, ਸੁੱਚਾ ਸਿੰਘ ਜੀ ਵੇਗਲ, ਆਪਣੇ ਮਾਤਾ ਪਿਤਾ ਦੇ ਨਾਮ ਤੇ ਜੋ ਇਹ ਕੈਂਪ ਲਗਾਇਆ, ਕਿੰਨਾ ਰੋਸ਼ਨੀ ਮਿਲੀ ਆ। ਅਸੀਂ ਬਹੁਤ ਉਸ ਮਾਲਕ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹਨਾਂ ਦੁਆਰਾ ਹੋ ਕੇ ਤੇ ਸੰਗਤਾਂ ਨੂੰ ਉਹਨਾਂ ਦੀ ਸੇਵਾ ਸੰਭਾਲ ਕੀਤੀ ਆ ਔਰ ਆਪਣੀ ਕਮਾਈ ਸਫਲ ਹੋਈ ਆ। ਇੱਦਾਂ ਦੀ ਜਿਸ ਵੇਲੇ ਲੋੜਵੰਦ ਨੂੰ ਕੋਈ ਚੀਜ਼ ਦਿੱਤੀ ਜਾਵੇ, ਲੋੜਵੰਦ ਨੂੰ ਕੋਈ ਭੁੱਖੇ ਨੂੰ ਰੋਟੀ ਖਿਲਾਈ ਜਾਵੇ ਤੇ ਫਿਰ ਆਨੰਦ ਆਉਂਦਾ। ਤੇ ਅੱਜ ਇਹ ਮਾਲਕ ਦੀ ਕਿਰਪਾ ਹੋਈ, ਜਿਹਨਾਂ ਨੂੰ ਲੋੜ ਸੀ, ਅੱਖਾਂ ਦੀ ਰੋਸ਼ਨੀ ਦੀ ਲੋੜ ਸੀਗੀ, ਇਹ ਮਾਤਾ ਜੀ ਦੀ ਇੱਕੋ ਹੀ ਅੱਖ ਸੀਗੀ ਔਰ ਉਹਨਾਂ ਦੀ ਅੱਖ ਦੇ ਵਿੱਚ ਅੱਜ ਰੋਸ਼ਨੀ ਆਈ। ਮਾਲਕ ਦੀ ਕਿਰਪਾ ਹੋਈ। ਭੈਣਾਂ ਸਾਡੇ ਆਪਣੇ ਵਰਮਾ ਜੀ, ਸਾਡੇ ਡਾਕਟਰ ਆਫਕੋਰਡ ਵਾਲੇ ਡਾਕਟਰ ਗੁਰਦੀਪ ਜੀ, ਉਹਨਾਂ ਨੇ ਸਾਨੂੰ ਹੁਕਮ ਲਾਇਆ ਤੇ ਅਸੀਂ ਉਹਨਾਂ ਦੀ ਸੇਵਾ ਕੀਤੀ ਆ। ਬਹੁਤ ਖੁਸ਼ੀ ਹੋਈ ਆ ਕਿ ਇਹਨਾਂ ਦੀ ਲਾਈਟ ਆਈ ਆ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ। ਤੇ ਸਾਡੇ ਸਤਿਕਾਰਯੋਗ ਬਾਬਾ ਜੀ ਕਿਹੜੇ ਪਿੰਡ ਤੋਂ? ਮੈਂ ਰਮੇਸ਼ ਕੁਮਾਰ ਰਮੇਸ਼ ਸਾਹਿਬ ਉੱਗੀ ਤੋਂ, ਪਿੰਡ ਉੱਗੀ ਤੋਂ। ਉੱਗੀ ਚਿੱਟੀ ਤੋਂ ਆਏ ਆ, ਸਾਨੂੰ ਸੇਵਾ ਦਿੱਤੀ ਇਹਨਾਂ ਨੇ ਤੇ ਇਹਨਾਂ ਦੀ 3 ਸਾਲ ਤੋਂ ਇਹ ਨਜ਼ਰ ਜਿਹੜੀ ਸੀ ਅੱਜ ਮਾਲਕ ਦੀ ਕਿਰਪਾ ਦੇ ਨਾਲ ਇਹਨਾਂ ਨੂੰ ਮਾਲਕ ਨੇ ਦਿੱਤੀ ਆ। ਡਾਕਟਰਾਂ ਦਾ ਬਹੁਤ ਉਪਕਾਰ ਆ ਤੇ ਸਾਡੇ ਸਤਿਕਾਰਯੋਗ ਵੇਗਲ ਸਾਹਿਬ, ਮਾਤਾ ਅਮਰ ਕੌਰ ਔਰ ਡਾਕਟਰ ਸੋਹਲ ਜੀ, ਜਿਹੜੇ ਵਿਸ਼ੇਸ਼ ਕਰਕੇ ਸੇਵਾ ਦੇ ਵਿੱਚ ਇਸ ਕੁੰਭ ਦੇ ਵਿੱਚ ਪਹੁੰਚੇ ਆ ਤੇ ਉਹ ਆਪਣੀ ਮਾਇਆ ਸਫਲ ਕੀਤੀ ਆ। ਇਹਨਾਂ ਦਾ ਸਾਰਾ ਖਰਚਾ ਜੋ ਕੁਝ ਵੀ ਹੈ, 35 ਦਿਨਾਂ ਦੀ ਦਵਾਈ ਫ੍ਰੀ ਔਰ ਲੈਂਸ, ਜਿਹੜਾ ਸਭ ਤੋਂ ਮਹਿੰਗਾ ਲੈਂਸ ਹੈ, ਜਿਹੜਾ ਵੱਡੇ ਹਸਪੀਟਲਾਂ 'ਚ ਪਾਇਆ ਜਾਂਦਾ, ਉਹ 2.5 ਲੱਖ ਤੱਕ ਇਹਦੀ ਕੀਮਤ ਹੈ। ਜਿਹੜਾ ਲੈਂਸ ਇਹਨਾਂ ਦੇ ਭੈਣਾਂ ਦੇ ਪਾਇਆ ਗਿਆ ਔਰ 2.5 ਲੱਖ ਉਹਦੀ ਕੀਮਤ ਡਾਕਟਰ ਲੈਂਦੇ ਜੇ ਟ੍ਰੀਟਮੈਂਟ ਸਹੀ ਤਰੀਕੇ ਨਾਲ ਕੀਤਾ ਜਾਵੇ। ਤੇ ਇਹਨਾਂ ਨੇ ਵੈਸੇ ਹੀ ਕਰਦਾ, ਇੱਕ ਪੈਸਾ ਤਾਂ ਨਹੀਂ ਲਿਆ ਤੁਹਾਡੇ ਕੋਲ? ਨਹੀਂ ਜੀ, ਨਹੀਂ। ਹਾਂ, ਕਿਸੇ ਨੇ ਕੋਈ ਇੱਕ ਪੈਸਾ ਨਹੀਂ ਲਿਆ। ਤੇ ਇਹ ਸਾਰੇ ਉਹਨਾਂ ਦਾਨੀ ਸੱਜਣਾ ਦੀ, ਅਸੀਂ ਪੰਜਾਬ ਵਾਲੇ ਜਿਹੜੇ ਸਾਡੇ ਦੇਸ਼ 'ਚੋਂ ਜਾ ਕੇ, ਵਿਦੇਸ਼ਾਂ ਵਿੱਚ ਜਾ ਕੇ ਸਾਡੇ ਇਹਨਾਂ ਲੋਕਾਂ ਲਈ ਦੇਖਦੇ ਆ, ਅਸੀਂ ਇਹਨਾਂ ਲਈ ਅਰਦਾਸ ਕਰਦੇ ਹਾਂ ਗੁਰੂ ਪਾਤਸ਼ਾਹ ਇਹਨਾਂ ਲਈ ਦਿਨ ਦੁੱਗਣੀ ਔਰ ਰਾਤ ਚੌਗਣੀ ਤੰਦਰੁਸਤੀ ਬਖਸ਼ੀ ਕਰਨ ਪਰਮਾਤਮਾ, ਤਾਂ ਕਿ ਅਸੀਂ ਇਹਨਾਂ ਲੋਕਾਂ ਦੀ ਹੋਰ ਸੇਵਾ ਕਰ ਸਕੀਏ। ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪੀਟਲ ਦਾ ਜਿਤਨਾ ਵੀ ਸਟਾਫ ਆ, ਉਹਨਾਂ ਵੱਲੋਂ ਔਰ ਸਾਡੇ ਵੱਲੋਂ ਸਾਰੀਆਂ ਸੰਗਤਾਂ ਦੇ ਇੱਥੇ ਆਉਣ ਤੇ ਜਿਨ੍ਹਾਂ ਨੇ ਅੱਜ ਸਾਡੇ ਕੋਲ ਸੇਵਾ ਲਈ ਆ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਮਾਲਕ ਦੇ ਚਰਨਾਂ 'ਚ ਅਰਦਾਸ ਕਰਾਂਗੇ। ਸਟੂਡੀਓ ਆਪਣੇ ਮੀਡੀਆ ਦੁਆਰਾ ਜੋ ਸੰਗਤਾਂ ਨੂੰ ਦਿਖਾ ਰਹੇ ਆ ਤੇ ਜਿੰਨੇ ਵੀ ਦਰਸ਼ਕ ਦੇਖ ਰਹੇ ਆ, ਇਹ ਸਾਰਾ ਤੁਹਾਡਾ ਹੀ ਉਪਰਾਲਾ ਹੈ, ਤੁਹਾਡੀਆਂ ਹੀ ਅਰਦਾਸਾਂ ਕਰਕੇ ਸਾਰਾ ਕੁਝ ਠੀਕ ਹੋ ਰਿਹਾ। ਸੋ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਇੱਥੇ ਖਿਮਤ ਜਾ ਚੁੱਕਿਆ। ਬੋਲੇ ਸੋ ਨਿਹਾਲ ਸੋ ਤੁਹਾਡੇ ਵੀ ਪੁੱਤ ਧੰਨਵਾਦ। बोले सो निरपै श्री रविदास महाराज की जय। बोले सो निहाल सत श्री अकाल। वाहिगुरु जी का खालसा, वाहिगुरु जी की फतेह। बहुत ही सत्कारयोग साध संगत जी, आप जी ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਏਗੀ ਕਿ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪੀਟਲ ਦੇ ਵਿੱਚ ਜੋ ਸਰਦਾਰ ਸੁੱਚਾ ਸਿੰਘ ਜੀ ਬੇਗਲ ਯੂਕੇ ਤੋਂ, ਬੀਬੀ ਅਮਰ ਕੌਰ ਜੀ ਬੇਗਲ ਯੂਕੇ ਤੋਂ, ਡਾਕਟਰ ਜਸਵੰਤ ਸਿੰਘ ਜੀ ਸੋਹਲ, ਬੀਬੀ ਪ੍ਰਕਾਸ਼ ਕੌਰ ਜੀ ਸੋਹਲ ਯੂਕੇ ਤੋਂ, ਸੰਤ ਬਾਬਾ ਨਿਰਮਲ ਦਾਸ ਜੀ ਮਹਾਰਾਜ ਦੇ ਸਰਪ੍ਰਸਤੀ ਹੇਠ ਇਹ ਜੋ ਅੱਖਾਂ ਦਾ ਫ੍ਰੀ ਕੈਂਪ ਚੱਲ ਰਿਹਾ ਹੈ, ਇਹ ਅੱਜ ਚੌਥਾ ਦਿਨ ਹੈ ਕੈਂਪ ਚੱਲਦੇ ਨੂੰ। ਔਰ ਹਸਪੀਟਲ ਵਿੱਚ ਜੋ ਉਹਨਾਂ ਦੇ ਆਪਰੇਸ਼ਨ ਹੋ ਗਏ, ਬਹੁਤ ਹੀ ਅੱਛੇ ਲੈਂਸ ਪਾਏ ਗਏ ਹਨ। तो ਅੱਜ ਚੌਥਾ ਦਿਨ ਹੈ ਲੈਂਸ ਪਾਉਣ ਦਾ। तो ਸਾਰਿਆਂ ਦੀਆਂ ਜੋ ਪੱਟੀਆਂ ਖੋਲੀਆਂ ਹਨ, ਬਹੁਤ ਹੀ ਸਕਸੈਸਫੁਲ ਆਪਰੇਸ਼ਨ ਹੋਏ ਹਨ। तो ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਬਾਦ, ਬਾਬਾ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਸਾਡੇ ਜੋ NRI ਸੁੱਚਾ ਸਿੰਘ ਬੇਗਲ ਪਰਿਵਾਰ, ਸੋਹਲ ਪਰਿਵਾਰ, ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਬਾਬੇ ਜੋੜੇ ਟੀਵੀ ਚੈਨਲ ਨੂੰ ਬਹੁਤ ਬਹੁਤ ਮੁਬਾਰਕਬਾਦ। ਬਾਬਾ ਜੀ ਇੱਥੇ ਖੁਸ਼ੀਆਂ ਵਰਤਾਉਂਦੇ ਰਹਿਣ, ਪਰਮਾਤਮਾ ਮਿਹਰ ਕਰੇ ਕਿ ਤਾਂ ਜੋ ਕਿਸੇ ਜ਼ਰੂਰਤਮੰਦ ਦੀ ਸੇਵਾ ਲਈ ਜਿਹੜੀ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਕੰਮ ਆ ਸਕੇ। ਕਿਉਂ ਕਹਿੰਦੇ ਕਿ ਇੱਥੇ ਸਾਡਾ ਸੰਸਾਰ ਤੇ ਕੁਛ ਨਹੀਂ ਹੈ,
मेरा मुझ में कुछ नहीं है, जो कुछ है सो तेरा, तेरा तुझको सौंप के क्या लागे है मेरा। ਇਹ ਸੋਚ ਨੂੰ ਲੈ ਕੇ ਮਹਾਰਾਜ ਜੀ ਔਰ ਜੋ ਸਾਡੇ ਯੂਕੇ ਪਰਿਵਾਰ ਚੱਲ ਰਹੇ ਹਨ ਤਾਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ। ਆਓ ਸਾਰੇ ਰਲ ਕੇ ਆਪਾਂ ਕਿਸੇ ਲੋੜਵੰਦ ਦੀ ਮਦਦ ਕਰ ਸਕੀਏ। ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਦਾ ਦੁਆਰਾ ਧੰਨਵਾਦ, ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਸੇਵਾ ਬਖਸ਼ਿਸ਼ ਕੀਤੀ ਹੈ। ਬਾਬੇ ਜੋੜੇ ਟੀਵੀ ਚੈਨਲ ਦਾ, ਮਹਿੰਦਰਾ ਸਟੂਡੀਓ ਦਾ ਬਹੁਤ ਬਹੁਤ ਧੰਨਵਾਦ। ਜੈ ਗੁਰਦੇਵ, ਧੰਨ ਗੁਰਦੇਵ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਜੀ ਅੰਬੂ ਭਾਜੀ।